देयर आर फैमिलीज़ आई थिंक ਉਹਦੇ 'ਚ ਟਰਸਟ ਦੀ ਕਮੀ ਆ ਹਸਬੈਂਡ ਵਾਈਫ ਦੀ ਜਾਂ ਹੋਰ ਫੈਮਿਲੀ ਮੈਂਬਰਸ ਦੇ ਨਾਲ ਉਹ ਦੱਸਦੇ ਹੀ ਨਹੀਂ ਡਿਸਕਲੋਜ਼ ਹੀ ਨਹੀਂ ਕਰਦੇ ਕਿ ਕਿੱਥੇ ਕਿੱਥੇ ਅਸੀਂ ਇੰਸ਼ੋਰੈਂਸ ਜਾਂ ਕਿਸ ਤਰ੍ਹਾਂ ਦੇ ਨਾਲ ਇਨਵੈਸਟਮੈਂਟ ਕਰ ਰੱਖੀ ਹੈ। ਮੈਂ ਆਪਣੇ ਪੈਸੇ ਥੋੜੇ ਜਿਹੇ ਸਾਈਡ ਤੇ ਪਰਸ ਚੋਂ ਕੱਢ ਕੇ ਬਾਹਰ ਰੱਖ ਲਵਾਂ, ਪਤਾ ਨਹੀਂ ਇਹਨਾਂ ਨੇ ਕੱਲ ਮੈਂ ਦੇਣੇ ਕਿਤੇ ਨਹੀਂ। ਆਹੋ ਮੈਂ 골ਡ ਬਾਰ ਖਰੀਦ ਕੇ ਰੱਖੀ ਹੈ, ਦੱਸੀ ਨਹੀਂ ਹੈ। ਟਰਸਟ ਦੀ ਗੱਲ ਆ ਗਈ ਨਾ, ਲੇਕਿਨ ਕਮਿਊਨੀਕੇਟ ਵਿਦ ਈਚ ਅਦਰ। ਜਦੋਂ ਇੱਕ ਦੂਜੇ ਦੀ ਅੰਡਰਸਟੈਂਡਿੰਗ ਆ ਜਾਂਦੀ ਨਾ ਕਿ ਹਾਂਜੀ ਹਸਬੈਂਡ ਸਮਝਦਾ ਕਿ ਜੇ ਮੈਂ ਇਹਨੂੰ ਦੱਸਤਾ ਕਿ ਮੇਰੇ ਕੋਲ ਬਹੁਤ ਪੈਸੇ ਹੈਗੇ ਨੇ, ਇਹਨੇ ਜਾ ਕੇ ਸ਼ਾਇਦ ਸੋਨੇ ਦੀ ਜੁਐਲਰੀ ਖਰੀਦ ਲੈਣੀ ਹੈ ਤੇ ਕੱਲ ਨੂੰ ਮੇਰੀ ਰਿਟਾਇਰਮੈਂਟ ਦਾ ਕੀ ਬਣੇਗਾ। ਕਈ ਵਾਰੀ ਉੱਥੋਂ ਦੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੀਆਂ 4 ਥਾਵਾਂ 4 ਸ਼ਹਿਰਾਂ ਦੇ ਵਿੱਚ ਇੱਦਾਂ ਪ੍ਰਾਪਰਟੀਆਂ ਹੈ, ਇੰਨੇ ਕਿੱਲੇ ਜ਼ਮੀਨ ਇਹਨਾਂ ਦੇ ਕੋਲ ਪਈ ਹੋਈ ਹੈ, ਤੇ ਉਹ ਚਾਚਾ ਹੀ ਕੋਈ ਨਾ ਕੋਈ ਹੋਰ ਗੱਲ ਬਣਾ ਕੇ ਸਾਈਨ ਕਰਵਾ ਕੇ ਤੇ ਉਹ ਪ੍ਰਾਪਰਟੀ ਆਪਣੇ ਨਾਮ ਕਰਾ ਕੇ ਬੈਠ ਜਾਂਦੇ ਨੇ, ਤੇ ਤੁਹਾਨੂੰ ਪਿੱਛੇ ਰਹਿ ਗਈ ਫੈਮਿਲੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਚੱਲ ਰਿਹਾ ਹੈ। ਨਾਟ ਓਨਲੀ ਦਿਸ ਵਨ, ਤੁਸੀਂ ਇੱਥੇ ਆ ਗਏ ਹੋ, ਤੁਹਾਡੇ ਪੇਰੈਂਟਸ ਉੱਥੇ ਰਹਿ ਗਏ ਨੇ, ਤੁਹਾਡੇ ਪੇਰੈਂਟਸ ਦੀ ਡੈਥ ਹੋ ਗਈ, ਉਹਨਾਂ ਨੇ ਵੀ ਕੁਝ ਸੰਭਾਲ ਕੇ ਰੱਖਿਆ ਹੋਇਆ ਸੀਗਾ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਨਾਮ ਤੇ ਹੋਣਾ ਸੀ ਕਦੀ। ਸੱਚੀ ਕੋਈ ਵਿਲ ਨਹੀਂ ਲਿਖੀ ਹੋਈ, ਕੋਈ ਪੇਪਰ ਨਹੀਂ ਲਿਖਿਆ ਹੋਇਆ। ਕਿਤੇ ਰੱਬ ਕਰੇ ਕੋਈ ਚੰਗਾ ਬੰਦਾ ਸੀ, ਉਹਨੇ ਦੱਸਤਾ ਕਿ ਹਾਂ ਵੀ ਤੇਰੇ ਡੈਡ ਦਾ ਵਿੱਚ ਮੇਰਾ ਸ਼ੇਅਰ ਸੀਗਾ ਤੇ ਆਹ ਪ੍ਰਾਪਰਟੀ ਤੇਰੇ ਨਾਮ ਤੇ ਵੀ ਹੈਗੀ ਹੈ, ਤੁਹਾਨੂੰ ਪ੍ਰਾਪਰਟੀ ਤੁਹਾਨੂੰ ਮਿਲ ਗਈ। ਇਹ ਬੜੀ ਕਾਮਨ ਚੀਜ਼ ਹੈ ਜੀ। ਦੈਟਸ ਟਰੂ। ਕਈ ਲੋਕ ਮੇਰੇ ਕੋਲ ਕਈ ਵਾਰੀ ਆਉਂਦੇ ਆ, ਉਹ ਦੱਸਦੇ ਆ ਕਿ ਹਾਂਜੀ ਮੇਰੇ ਡੈਡ ਪ੍ਰਾਪਰਟੀ ਛੱਡ ਗਏ ਸੀ, ਉਹਨਾਂ ਦੀ ਡੈਥ ਹੋ ਗਈ ਸੀ 2014 ਦੇ ਵਿੱਚ, ਉਹ ਛੱਡ ਗਏ ਸੀ, ਮੈਨੂੰ ਹੁਣ ਪਤਾ ਚੱਲਿਆ। 2014 2026 12 ਸਾਲ ਤੇ ਪਤਾ ਹੀ ਨਹੀਂ ਸੀ ਮੇਰੇ ਕੋਲ ਪ੍ਰਾਪਰਟੀ ਵੀ ਮੇਰੇ ਕੋਲ ਸੀਗੀ ਜੀ। ਫॉर ਵਨ ਸਿੰਪਲ ਰੀਜ਼ਨ, ਆਪਾਂ ਕਿਤੇ ਲੌਗ ਨਹੀਂ ਕੀਤਾ, ਨੋਟ ਨਹੀਂ ਕੀਤਾ, ਗੱਲ ਨਹੀਂ ਕੀਤੀ ਜੀ। ਤੇ ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਥਿੰਗਸ ਡੋਂਟ ਵਰਕ ਆਊਟ, ਔਰ ਫਿਰ ਜਦੋਂ ਤੁਸੀਂ ਸੈਪਰੇਸ਼ਨ ਫਾਈਲ ਕਰਦੇ ਹੋ, ਕਈਆਂ ਨੂੰ ਤਾਂ ਉਸ ਵੇਲੇ ਇੱਕ ਵੱਖਰੀ ਰੈਵਲੇਸ਼ਨ ਹੁੰਦੀ ਆ ਕਿ ਅੱਛਾ ਇੱਦਾਂ ਵੀ ਮੇਰੇ ਨਾਲ ਹੋ ਗਿਆ, ਮੇਰੇ ਤੋਂ ਇੱਦਾਂ ਕਹਿ ਕੇ ਇੱਦਾਂ ਸਾਈਨ ਕਰਵਾ ਲਏ ਸੀ ਤੇ ਮੇਰਾ ਆਹ ਵਾਲਾ ਹਿੱਸਾ ਇਹਨਾਂ ਦੇ ਨਾਮ ਹੋ ਗਿਆ ਹੋਇਆ। ਪਹਿਲੀ ਐਗਜ਼ਾਮਪਲ ਆਉਂਦੀ ਹੈ ਕਿ ਜੇ ਡੈਥ ਦੀ ਤਾਂ ਗੱਲ ਕਰਦੇ ਹੈਗੇ ਆ, ਵਿਲ ਨਹੀਂ ਲਿਖੀ ਹੋਈ। ਜਦੋਂ ਵਿਲ ਨਹੀਂ ਲਿਖੀ ਹੋਈ, ਤੁਸੀਂ ਹੁਣ ਮੂਵੀਜ਼ ਬਹੁਤ ਦੇਖੀਆਂ ਹੋਈਆਂ, ਮੈਂ ਡਿਸਪਿਊਟਸ ਜਿਹੜੇ ਖੜੇ ਹੁੰਦੇ ਹੈਗੇ ਨੇ, ਦੇ ਹੈਪਨ ਆਲ ਦ ਟਾਈਮ ਜੀ। ਤੇ ਟੂਲਸ ਕੀ ਨੇ ਗਰੋਥ ਦੇ? ਪੈਸਾ ਕਿੱਥੇ ਲਾਈਏ ਜਿਹਦੇ ਨਾਲ ਉਹ ਗਰੋ ਵੀ ਕਰਦਾ ਰਹੇ ਤੇ ਸਾਨੂੰ ਇਹ ਵੀ ਤਸੱਲੀ ਹੋਵੇ ਕਿ ਹਾਂ ਭਾਈ ਕੁਛ ਬਚ ਰਿਹਾ ਹੈ। ਪ੍ਰੋਗਰਾਮ ਰੋਸ਼ਨੀ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨੀ ਹੈ। ਅਸੀਂ ਪੈਸੇ ਕਮਾਉਂਦੇ ਹਾਂ, ਬਹੁਤ ਮਿਹਨਤ ਕਰਦੇ ਹਾਂ ਦਿਨ ਤੋਂ ਲੈ ਕੇ ਰਾਤ ਤਾਈਂ, ਤੇ ਕਈ ਵਾਰੀ ਇੱਕ ਸ਼ਿਫਟ ਨਹੀਂ ਬਲਕਿ 2-2 3-3 ਸ਼ਿਫਟਾਂ ਵੀ ਫੜੀਆਂ ਹੁੰਦੀਆਂ ਨੇ, ਤੇ ਕਈ ਵਾਰ ਅਜਿਹਾ ਵੀ ਟਾਈਮ ਬਣ ਜਾਂਦਾ ਆ ਕੁਝ ਲੋਕ ਆਪਣਾ ਬਿਜ਼ਨਸ ਜਾਂ ਸੈਲਫ ਇੰਪਲੋਇਡ ਹੋਣਾ ਪਸੰਦ ਕਰਦੇ ਨੇ। ਅਗੇਨ ਮਨੀ ਇਜ਼ ਕਮਿੰਗ, ਨਾਲ ਦੇਖਦੇ ਹਾਂ ਕਿ ਮਹਿੰਗਾਈ ਬੜੀ ਵੱਧ ਗਈ ਹੈ, ਨਾਲ ਵੇਖਦੇ ਹਾਂ ਕਿ ਸਾਡੇ ਬਿੱਲ ਜਿਹੜੇ ਹੈ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਏ ਨੇ ਜਾਂ ਟੈਕਸਿਸ ਵੱਧ ਗਏ ਨੇ। ਅਸੀਂ ਖਬਰਾਂ ਸੁਣਦੇ ਹਾਂ ਤੇ ਫਿਰ ਗੱਲ ਆਉਂਦੀ ਹੈ ਕਿ ਇਨਫਲੇਸ਼ਨ ਰੇਟ ਕਿੱਥੇ ਜਾ ਰਿਹਾ ਆ। ਇਹ ਸਭ ਚੀਜ਼ਾਂ ਮਹਿੰਗਾਈ ਦੇ ਨਾਲ ਜੋੜ ਕੇ ਵੀ ਅਸੀਂ ਜਦੋਂ ਦੇਖਦੇ ਹਾਂ ਤਾਂ ਕਹਿੰਦੇ ਹਾਂ ਕਿ ਭਈ ਬੱਚਤ ਕਰਨੀ ਬੜੀ ਔਖੀ ਹੈ, ਸੇਵਿੰਗਸ ਨਹੀਂ ਕੀਤੀਆਂ ਜਾ ਸਕਦੀਆਂ। ਤੇ ਉਹ ਫੈਮਲੀਜ਼ ਜਿਹੜੀਆਂ ਕਿ ਕਿਸੇ ਨਾ ਕਿਸੇ ਤਰੀਕੇ they are making the money and are able to save that money, ਤੋ ਜਿਹੜੇ ਖਰਚੇ ਕਰਨੇ ਆ ਉਹ ਸਾਰਾ ਕੁਛ ਕੱਢ ਕੇ ਥੋੜ੍ਹਾ ਬਹੁਤਾ ਜੋ ਪਿੱਛੇ ਬਚਦਾ ਹੈ ਉਹ ਜਮ੍ਹਾਂ ਵੀ ਕਰਵਾ ਲਿਆ। ਪਰ ਕੀ ਹੁਣ ਉਹ ਜਮ੍ਹਾਂ ਹੋਇਆ ਪੈਸਾ ਜਿਹੜਾ ਉੱਦਾਂ ਹੀ ਛੱਡ ਦੇਣਾ ਕਿ ਪਿਆ ਹੋਇਆ, ਜਾਂ ਉਹਦੇ 'ਚ ਕੋਈ ਗਰੋਥ ਵੀ ਆ ਸਕਦੀ ਹੈ? ਹੁਣ ਕੈਨੇਡਾ ਦਾ ਸਿਸਟਮ ਜਿਹੜਾ ਹੈ ਉਹ ਵੱਖਰਾ ਹੈ। ਦੇਰ ਆਰ ਦੋਜ਼ ਕਾਈਂਡ ਆਫ ਟੂਲਸ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਉਸ ਪੈਸੇ ਦੀ ਗਰੋਥ ਵਾਲੇ ਪਾਸੇ ਸੋਚ ਵਿਚਾਰ ਕਰ ਸਕਦੇ ਹਾਂ। ਇਸੇ ਕਰਕੇ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਅਸੀਂ ਆਪਣੀਆਂ ਫੈਮਲੀਜ਼ ਦੇ ਵਿੱਚ ਇਹਦੇ ਬਾਰੇ ਕਿਉਂ ਨਹੀਂ ਖਿਆਲ ਕਰਦੇ, ਕਿਉਂ ਨਹੀਂ ਡਿਸਕਸ਼ਨ ਕਰਦੇ। ਤੇ ਹਸਬੈਂਡ ਐਂਡ ਵਾਈਫ ਐਂਡ ਜੇਕਰ ਬੱਚੇ ਵੀ ਕਮਾਉਣ ਲੱਗ ਗਏ ਨੇ ਤੇ ਅਸੀਂ ਸਾਰੇ ਜਣੇ ਰਲ ਕੇ ਐਜ਼ ਅ ਫੈਮਿਲੀ ਯੂਨਿਟ ਇਹਦੇ ਬਾਰੇ ਡਿਸਕਸ਼ਨ ਕਰਕੇ ਉਹਦੇ 'ਤੇ ਕੰਮ ਕਰੀਏ, ਤਾਂ ਜੋ ਤੁਹਾਡਾ ਹੁਣ ਜਿਹੜਾ ਪੈਸਾ ਤੁਹਾਡੇ ਕੋਲ ਹੈਗਾ ਉਹਨੂੰ ਨਾ ਕੇਵਲ ਸੰਭਾਲਣਾ ਬਲਕਿ ਉਹਨੂੰ ਹੋਰ ਵਾਧੇ 'ਚ ਲੈ ਕੇ ਜਾਣਾ ਕਿਵੇਂ ਕੀਤਾ ਜਾ ਸਕਦਾ ਹੈ, ਉਹ ਕਰੀਏ। ਸਾਡੇ ਨਾਲ ਸੁਰੇਸ਼ ਮਦਾਨ ਜੀ ਸ਼ਾਮਿਲ ਹੋਣ ਜਾ ਰਹੇ ਨੇ, CPA CGA ਐਂਡ ਟਰਸਟਡ ਨੇਮ ਸੁਰੇਸ਼ ਮਦਾਨ ਜੀ ਦਾ ਅਕਾਊਂਟਿੰਗ ਦੇ ਖੇਤਰ ਦੇ ਵਿੱਚ ਹੈ। ਅੱਜ ਪ੍ਰੋਗਰਾਮ 'ਚ ਸਾਡੇ ਨਾਲ ਸ਼ਾਮਿਲ ਨੇ। ਵੈਲਕਮ, ਗੁੱਡ ਆਫਟਰਨੂਨ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ। ਜੀ ਸੁਰੇਸ਼ ਜੀ, ਫਾਈਨੈਂਸ਼ੀਅਲ ਨੌਲੇਜ, ਫਾਈਨੈਂਸ਼ੀਅਲ ਆਪਣੇ ਐਡਵਾਈਸ ਲੈਣੀ ਜਾਂ ਫਾਈਨੈਂਸ਼ੀਅਲ ਡਿਸੀਜਨਸ ਲੈਣੇ ਕੀ ਸਿਰਫ ਇੱਥੋਂ ਤੱਕ ਹੀ ਸੀਮਤ ਹੈ ਅਸੀਂ ਕਿ ਭਈ ਕਮਾ ਲਿਆ ਤੇ ਲਾ ਲਿਆ, ਖਰਚ ਲਿਆ, ਅਰਨ ਐਂਡ ਸਪੈਂਡ, ਜਾਂ ਜਿਹਨੂੰ ਕਹਿੰਦੇ ਹੁੰਦੇ ਆ ਕਿ ਹੈਂਡ ਟੂ ਮਾਊਥ ਹੋਏ ਪਏ ਆ? ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਮੋਸ਼ਨਲ ਵਰਡ ਹੈ ਜੀ ਮਨੀ ਫੂਡ, ਆਪਾਂ ਇੱਕ ਦੋ ਗੱਲਾਂ 'ਚ ਲੈ ਕੇ ਚੱਲਦੇ ਹਾਂ। ਹਰ ਬੰਦੇ ਦੀ ਨਾ ਇਮੋਸ਼ਨ ਨਾਲ ਅਟੈਚ ਹੈ, ਔਰ ਗੱਲ ਸੱਚ ਹੈ। ਹਰ ਚੀਜ਼ ਨੂੰ ਕੁਆਂਟੀਫਾਈ ਕੀਤਾ ਜਾਂਦਾ ਵੈ ਮਨੀ ਦੇ ਨਾਲ ਨਾ। ਆਪਾਂ ਜੇ ਅਸੀਂ ਘਰ 'ਚ ਖਾਣਾ ਕਿੰਨਾ ਖਾਣਾ ਵੈ, ਜੇ ਐਕਸਟਰਾ ਇੱਕ ਅੰਬ ਖਾਣਾ ਵੈ ਤਾਂ ਉਹ ਵੀ ਮਨੀ ਹੈ। ਆਪਾਂ ਵੈਕੇਸ਼ਨ 'ਤੇ ਜਾਣਾ ਵੈ ਤਾਂ ਉਹ ਵੀ ਮਨੀ ਹੈ। ਅਤੇ ਕੱਲ੍ਹ ਨੂੰ ਆਪਾਂ ਜੇ ਬਹੁਤ ਦੂਰ ਤੱਕ ਸੋਚਦੇ ਹਾਂ ਤਾਂ ਕੱਲ੍ਹ ਨੂੰ ਮੇਰੀ ਰਿਟਾਇਰਮੈਂਟ, ਉਹ ਵੀ ਇੱਕ ਮਨੀ ਹੈ, ਰਾਈਟ। ਉਹਨੂੰ ਸਾਰੇ ਨੂੰ ਵਰਡ ਤੁਸੀਂ ਦਾ ਇਕੱਠਾ ਕੀਤਾ,
ਫਾਈਨੈਂਸ਼ੀਅਲ ਐਜੂਕੇਸ਼ਨ, ਫਾਈਨੈਂਸ਼ੀਅਲ ਲਿਟਰੇਸੀ, ਫਾਈਨੈਂਸ਼ੀਅਲ ਸਿਕਿਉਰਿਟੀ, ਉਹਨੂੰ ਵੀ ਆਪਾਂ ਮੰਨਦੇ ਹਾਂ। ਇਹ ਸਾਰੇ ਟੌਪਿਕ ਜਿਹੜੇ ਹੈਗੇ ਨਾ ਇਸ ਚੀਜ਼ ਨਾਲ ਅਰਾਊਂਡ ਰੋਟੇਟ ਕਰਦੇ ਹੈਗੇ ਨੇ। ਸੋ ਆਮ ਗਲੈਡ ਕਿ ਆਪਾਂ ਅੱਜ ਆਹ ਟੌਪਿਕ ਪਿਕ ਕੀਤਾ ਵੈ, ਜਿਹੜਾ ਸ਼ਾਇਦ ਮੈਂ ਸਮਝਦਾ ਕਿ ਲਿਸਨਰਸ ਨੂੰ ਵੀ ਇੰਟਰਸਟਿਡ ਹੋਏਗਾ, ਔਰ ਸ਼ਾਇਦ ਆਪਾਂ ਖੁੱਲ੍ਹ ਕੇ ਕਦੀ ਗੱਲ ਨਹੀਂ ਕੀਤੀ ਤਾਂ ਰੇਡੀਓ ਇੱਕ ਜਾਇਜ਼ਾ ਬਣ ਗਿਆ ਹੁਣ ਗੱਲ ਕਰਨ ਦਾ। ਜੀ ਬਿਲਕੁਲ। ਸੋ ਤੁਹਾਨੂੰ ਲੱਗਦਾ ਹੈ ਕਿ ਫਾਈਨੈਂਸ਼ੀਅਲ ਨੌਲੇਜ ਜਿਹੜੀ ਹੈ ਕੈਨੇਡਾ ਦੇ ਮੁਤਾਬਕ ਸਾਨੂੰ ਜਿੰਨੀ ਹੋਣੀ ਚਾਹੀਦੀ ਹੈ ਉਨੀ ਹੈ ਨਹੀਂ? ਅਗਰ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂਗਾ ਤਾਂ ਮੈਂ ਕਹਾਂਗਾ ਕਿ ਅਸੀਂ ਬਹੁਤ ਪਿੱਛੇ ਹਾਂ ਹਾਲੇ। ਆਪਾਂ ਮੇਰੇ ਪੇ ਸ਼ਾਇਦ ਮੇ ਬੀ ਨੋਟ ਇਵਨ 10 or 20% ਉਹ ਬਹੁਤ ਨੀਚੇ ਹੈਗੇ ਆ। ਸੋ ਜ਼ਰੂਰਤ ਹੈ ਇੱਕ ਬੜੀ ਨਾ। ਔਰ ਅਗਰ ਮੈਂ ਓਵਰਆਲ ਗੱਲ ਕਰਾਂਗਾ ਕਿ ਅਗਰ ਕੈਨੇਡਾ ਦੀ ਗੱਲ ਕਰਦਾ ਹੈਗਾ ਵਾ ਤਾਂ ਸਟੈਪ ਇਨ ਦਾ ਡਾਇਰੈਕਸ਼ਨ, ਲੇਕਿਨ ਅਸੀਂ ਪਿੱਛੇ ਹਾਂ ਜੀ ਹਾਲੇ ਕਿ ਸਪੈਸ਼ਲੀ ਫਰਮ ਸਕੂਲ ਪੁਆਇੰਟ ਆਫ ਵਿਊ ਕਿ ਆਪਾਂ ਇਹ ਜਿਹੜੀ ਪੜ੍ਹਾਈ ਹੈਗੀ ਹੈ ਮਤਲਬ ਪੈਸੇ ਦੇ ਬਾਰੇ ਗੱਲ ਕਰਨੀ ਹੈਗੀ ਹੈ, ਅਸੀਂ ਸਕੂਲਾਂ ਦੇ ਵਿੱਚ ਵੀ ਨਹੀਂ ਗੱਲ ਕਰਦੇ। ਆਪਾਂ ਸਕੂਲ ਦੇ ਵਿੱਚ ਵੀ ਬਹੁਤ ਥੋੜ੍ਹੀ ਜਿਹੀ ਨੌਲੇਜ ਹੈ। ਸੋ ਅਗਰ ਅਸੀਂ ਓਵਰਆਲ ਸਿਸਟਮ ਨੂੰ ਕਹੀਏ ਕਿ ਹਾਂਜੀ ਇਹਦੀ ਬਹੁਤ ਜ਼ਰੂਰਤ ਹੈ ਗੱਲ ਕਰਨ ਦੀ। ਐਂਡ ਐਜ਼ ਅ ਫੈਮਿਲੀ ਯੂਨਿਟ ਸਾਡੀ ਡਿਸੀਜਨ ਮੇਕਿੰਗ ਵੈਨ ਇਟ ਕਮਸ ਟੂ ਫਾਈਨੈਂਸ਼ੀਅਲ ਮੈਟਰਸ ਅਜੇ ਵੀ ਟ੍ਰੈਡੀਸ਼ਨਲ ਵੇ ਦੇ ਨਾਲ ਚੱਲਦੀ ਆ ਰਹੀ ਹੈ ਨਾ? ਆਦਮੀ ਤੇ ਔਰਤ ਦੋਵੇਂ ਕਮਾਉਂਦੇ ਆ, ਦੇ ਆਰ ਵਰਕਿੰਗ, ਦੇ ਆਰ ਅਰਨਿੰਗ ਗੁੱਡ, ਜੇ ਡੀਸੈਂਟ ਅਰਨਿੰਗ ਵੀ ਹੈ ਇਟ ਇਜ਼ ਫਾਈਨ। ਪਰ ਉਹ ਟ੍ਰੈਡੀਸ਼ਨਲ ਵੇ ਜਿਹੜਾ ਆ ਸਾਡੀ ਫਾਈਨੈਂਸਿਸ ਦਾ ਧਿਆਨ ਰੱਖਣ ਦਾ, ਮੇਰਾ ਮਤਲਬ ਹੈ ਕਿ ਅਸੀਂ ਆਪਣੇ ਹਸਬੈਂਡ 'ਤੇ ਡਿਪੈਂਡੈਂਟ ਆ ਜਾਂ ਫਾਦਰ 'ਤੇ ਡਿਪੈਂਡੈਂਟ ਆ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਫੀਮੇਲਸ ਇੱਕ ਬੈਕ ਸਟੈਪ ਲੈ ਲੈਂਦੀਆਂ ਜਦੋਂ ਫਾਈਨੈਂਸ਼ੀਅਲ ਡਿਸੀਜਨਸ ਆਉਂਦੇ ਆ। ਬਿਲਕੁਲ ਸਹੀ ਕਿਹਾ ਜੀ। ਅਗਰ ਆਪਣਾ ਤੁਸੀਂ ਜਿਹੜਾ ਕੀਵਰਡ ਕਿਹਾ ਟ੍ਰੈਡੀਸ਼ਨਲ ਜਿਹੜਾ ਸੀਗਾ ਨਾ, ਸੋ ਮੈਂ ਅਗਰ ਆਪਣਾ ਪਿੱਛੇ ਜਾਣਾ ਵਾਂ ਕਿ ਇੰਡੀਆ ਦੇ ਵਿੱਚ ਸੀਗੇ ਤਾਂ ਬ੍ਰਦਰ ਸੀਗੇ, ਮੈਂ ਸੀਗਾ, ਸਿਸਟਰ ਸੀਗੇ, ਜਿੰਨੇ ਪੈਸੇ ਕਮਾਏ ਸਾਰਿਆਂ ਨੇ ਇਕੱਠੇ ਡੈਡ ਨੂੰ ਦੇ ਦਿੱਤੇ ਐਂਡ ਡੈਡ ਇਜ਼ ਮੈਨੇਜਿੰਗ ਇਟ ਨਾਓ। ਅਸੀਂ ਕਦੀ ਹਿਸਾਬ ਹੀ ਨਹੀਂ ਕੀਤਾ ਜੀ। ਉਹ ਇੱਕ ਇਕੱਠਾ ਗਰੁੱਪ ਸੀਗਾ, ਠੀਕ ਹੈ। ਉਸ ਤੋਂ ਅੱਗੇ ਵਧੇ, ਮੈਰਿਜ ਹੋਈ, ਚਲੋ ਆਪਣਾ ਚਲੇ ਅੱਗੇ ਚਲ ਗਏ ਤਾਂ ਅੱਗੇ ਹਸਬੈਂਡ ਨੇ ਸ਼ੁਰੂ ਕਰ ਦਿੱਤਾ। ਨਾਓ ਅਗੇਨ ਐਜ਼ ਅ ਟ੍ਰੈਡੀਸ਼ਨ ਹਰ ਇੱਕ ਦਾ ਆਪਣਾ ਇੱਕ ਰੋਲ ਸੀਗਾ। ਵੂਮੈਨ ਦਾ ਰੋਲ ਸੀ, ਉਹਨਾਂ ਨੇ ਘਰ ਸੰਭਾਲਿਆ ਹੋਇਆ ਸੀਗਾ। ਉਹ ਵੀ ਵਰਡ ਮੈਂ ਸੰਭਾਲਣ ਦੀ ਗੱਲ ਕਰਦਾ ਜੀ, ਖਾਲੀ ਫਾਈਨੈਂਸ਼ੀਅਲ ਸੰਭਾਲਣ ਦੀ ਗੱਲ ਨਹੀਂ, ਹਾਊਸ ਹੋਲਡ ਸੰਭਾਲਣਾ ਵੀ ਇੱਕ ਬੜਾ ਵੱਡਾ ਕੰਮ ਹੈ ਜੀ। ਉਹਨਾਂ ਨੇ ਉਹ ਸੰਭਾਲਿਆ ਸੀਗਾ, ਬੰਦੇ ਸੀਗੇ ਉਹਨਾਂ ਨੇ ਜੀ ਕੰਮ ਕਰਦੇ ਪਏ ਸੀਗੇ, ਉਹਨਾਂ ਨੇ ਪੈਸਾ ਸੰਭਾਲਿਆ ਹੋਇਆ ਸੀਗਾ। ਲੇਕਿਨ ਉਹ ਟ੍ਰੈਡੀਸ਼ਨ ਪਿੱਛੇ ਰਹਿ ਗਈ ਜਦੋਂ ਆਪਾਂ ਉਸ ਟ੍ਰੈਡੀਸ਼ਨ ਨੂੰ ਛੋੜ ਕੇ ਇਸ ਕੰਟਰੀ ਵਿੱਚ ਆ ਗਏ। ਇਸ ਕੰਟਰੀ 'ਚ ਆ ਕੇ ਹਸਬੈਂਡ ਨੇ ਵੀ ਘਰ ਸੰਭਾਲਿਆ ਤੇ ਵਾਈਫ ਨੇ ਵੀ ਘਰ ਸੰਭਾਲਿਆ। ਹਸਬੈਂਡ ਵੀ ਜੌਬ ਤੇ ਗਿਆ ਤੇ ਵਾਈਫ ਵੀ ਜੌਬ ਤੇ ਗਈ ਹੈ। ਸੋ ਹੁਣ ਇਹਦੀ ਇਹ ਜਿਹੜੀ ਚੀਜ਼ ਹੈ ਉਹ ਟ੍ਰੈਡੀਸ਼ਨ ਨੂੰ ਕੱਟਣਾ ਚਾਹ ਕੇ ਆਪਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਪੈਣਾ ਹੈ ਕਿ ਦੋਨਾਂ ਦੀ ਡਿਊਟੀ ਇਕੁਅਲ ਹੈ, ਦੋਨਾਂ ਨੂੰ ਸੰਭਾਲਣਾ ਚਾਹੀਦਾ ਹੈ। ਸੋ ਵੂਮੈਨ ਉਸ ਮਾਮਲੇ ਵਿੱਚ ਥੋੜ੍ਹੀਆਂ ਜਿਹੀ ਆਪਾਂ ਕਹਾਂਗੇ ਪਿੱਛੇ ਰਹਿ ਗਈਆਂ, ਬਿਕਾਜ਼ ਆਪਾਂ ਟ੍ਰੈਡੀਸ਼ਨ ਦੇ ਨਾਲ ਹੀ ਰਾੜੇ ਰਹਿ ਗਏ ਕਿ ਹਾਂਜੀ ਹਸਬੈਂਡ ਮੇਰਾ ਦੇਖਦਾ ਹੀ ਪਿਆ ਪੈਸੇ। ਸੋ ਅੱਜ ਵੀ ਆਪਾਂ ਇਹ ਚੀਜ਼ ਨੂੰ ਨੋਟ ਕਰਦੇ ਹਾਂ ਕਿ ਹਾਂਜੀ ਜਿਹੜੇ ਮੇਨ ਡਿਸੀਜਨ ਮੇਕਿੰਗ ਜਿਹੜੀ ਹੈਗੀ ਹੈ, ਪੈਸਾ ਦੋਨੋਂ ਕਮਾ ਰਹੇ ਨੇ, ਲੇਕਿਨ ਡਿਸੀਜਨ ਮੇਕਿੰਗ ਜਿਹੜੀ ਹੈਗੀ ਉਹ ਇੱਕ ਬੰਦੇ ਦੇ ਉੱਤੇ ਛੋੜ ਦਿੱਤੀ ਗਈ ਹੈਗੀ ਹੈ। ਉਹ ਤਾਂ ਗੈਪ ਹੈਗਾ ਹਾਲੇ। ਡੂ ਯੂ ਫੀਲ ਕਿ ਇਹ ਅਸੀਂ ਆਪਣੇ ਘਰਾਂ ਦੇ ਵਿੱਚ ਇਹਨੂੰ ਕਲਚਰ ਸਮਝ ਕੇ ਹੀ ਚਲਾਈ ਜਾ ਰਹੇ ਹਾਂ ਕਿ ਹਾਂ ਠੀਕ ਹੈ ਤੁਸੀਂ ਘਰਦਿਆਂ ਦੇ ਸਮਾਨ ਲੈ ਕੇ ਆਉਣ ਵਾਲਾ ਉਹਦਾ ਧਿਆਨ ਰੱਖ ਲਓ, ਪੈਸੇ ਜਿਹੜੇ ਖਰਚ ਹੋ ਰਹੇ ਆਈ ਕੈਨ ਸੀ ਔਨ ਦਾ ਕਾਰਡ ਜਦੋਂ ਸਟੇਟਮੈਂਟ ਆਉਂਦੀ ਹੈ, ਬਟ ਵੈਨ ਇਟ ਕਮਸ ਟੂ ਇਨਵੈਸਟਿੰਗ ਔਰ ਮੇ ਬੀ ਮੇਕਿੰਗ ਅ ਡਿਸੀਜਨ ਅਬਾਊਟ ਸੇਵਿੰਗ ਦ ਮਨੀ, ਕਿਸ ਤਰ੍ਹਾਂ ਦੇ ਨਾਲ ਆਪਣਾ ਪੈਸਾ ਕਿੱਥੇ ਲਾਉਣਾ ਆ, ਅਸੀਂ ਬਹੁਤੇ ਕਰਕੇ ਪ੍ਰੋਪਰਟੀ ਲੈ ਲੈਂਦੇ ਹਾਂ ਅਤੇ ਵਾਈਫ ਨੇ ਉਹਦੇ 'ਚ ਐਕਟਿਵ ਰੋਲ ਨਹੀਂ ਅਦਾ ਕਰਨਾ, ਪੈਸਿਵ ਹੈ, ਹਾਂਜੀ ਠੀਕ ਹੈ ਇਹ ਠੀਕ ਹੈ ਸਾਈਨ ਕਰ ਦਿੰਦੇ ਹਾਂ। ਕਲਚਰ ਇਜ਼ ਪਾਰਟ ਆਫ ਇਟ ਜੀ, ਆਫ ਕੋਰਸ। ਹੁਣ ਸਾਡੇ ਖੂਨ 'ਚ ਆਇਆ ਵਾ ਤਾਂ ਉਹਨੂੰ ਮੈਂ ਹੁਣ ਬਦਲ ਨਹੀਂ ਸਕਦਾ। ਸ਼ਾਇਦ ਅਗਲੀ ਜਨਰੇਸ਼ਨ ਜਿਹੜੀ ਹੋਏਗੀ ਸ਼ਾਇਦ ਉਹ ਜ਼ਰੂਰ ਬਦਲੇਗੀ ਇਸ ਚੀਜ਼ ਨੂੰ। ਸੋ ਮੈਂ ਮੰਨਦਾ ਵਾਂ ਕਿ ਥੋੜ੍ਹਾ ਜਿਹਾ ਪਾਰਟ ਹੈਗਾ। ਪਰ ਮੈਂ ਦੂਸਰੇ ਪਾਸੇ ਇੱਕ ਪਾਸੇ ਮੈਂ ਗੱਲ ਕਰਦਾ ਵਾਂ ਕਿ ਸੋਚੋ, ਚਲੋ ਆਪਾਂ ਇੱਦਾਂ ਹੀ ਐਗਜ਼ਾਮਪਲ ਲੈ ਕੇ ਚੱਲੀਏ ਕਿ ਵੂਮੈਨ ਜਿਹੜੀਆਂ ਹੈਗੀਆਂ ਉਹ ਘਰ ਚਲਾਉਂਦੀਆਂ ਪਈਆਂ ਵਾ, ਗਰੋਸਰੀ ਲੈ ਕੇ ਆਉਂਦੀਆਂ ਪਈਆਂ ਵਾ, ਉਹ ਕੁਛ ਕਰਦੀ ਪਈਆਂ, ਅਤੇ ਬੰਦੇ ਜਿਹੜੇ ਹੈਗੇ ਆ ਉਹ ਪੈਸਾ ਸੰਭਾਲਦੇ ਪਏ, ਕੁਛ ਕਰਦੇ ਪਏ ਨੇ। ਮੈਂ ਇੱਕ ਐਗਜ਼ਾਮਪਲ ਸਿੰਪਲ ਜਿਹੀ ਗੱਲ ਕਹਾਂਗਾ। ਮੇਰੇ ਵਾਈਫ ਵੀ ਸ਼ਾਇਦ ਨਾ ਇਹ ਰੇਡੀਓ ਇਸ ਟਾਈਮ ਸੁਣਦੇ ਹੋਣਗੇ, ਉਹਨਾਂ ਦਾ ਨਾਮ ਪ੍ਰੀਤਿਕਾ ਵੈਸ਼ ਸੁਣਦੇ ਹੋਣਗੇ ਜੀ। ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਜੇ ਮੈਂ ਲੈਣ ਗਿਆ ਨਾ ਕਿਤੇ ਆਪਣਾ ਦੁੱਧ ਲੈਣ ਗਿਆ ਜਾਂ ਦਹੀਂ ਲੈਣ ਗਿਆ ਨਾ ਅਤੇ ਮੈਂ ਵਾਪਸ ਲੈ ਕੇ ਆਇਆ ਤਾਂ ਉਹਨੇ ਕਿਹਾ ਜੀ ਕਿੰਨੇ ਦੀ ਲੈ ਕੇ ਆਏ ਹੋ? ਮੈਂ ਕਿਹਾ ਜੀ $3.5 ਦੀ ਹੈਗੀ। ਤੁਹਾਨੂੰ ਪਤਾ $3 ਦੀ ਹੁੰਦੀ, 50 ਸੈਂਟ ਦੀ ਮਹਿੰਗੀ ਲੈ ਕੇ ਆਏ ਭਈ। ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਉਹਦਾ ਕੀ ਹੁੰਦਾ ਕਿ ਨਹੀਂ ਤੁਸੀਂ ਨਾਨਕ ਦੀ ਲੈਣੀ ਸੀ, ਉਹਦੀ ਨਹੀਂ ਲੈਣੀ ਸੀ, ਕਿ ਕੁਛ ਕਰਨਾ ਸੀ ਨਾ, ਉਹਨਾਂ ਨੂੰ ਹਿਸਾਬ ਦਾ ਪਤਾ। ਮਤਲਬ ਤੁਸੀਂ ਇੱਕ ਗੱਲ ਨੋਟ ਨਹੀਂ ਕੀਤੀ ਇਹਦੇ ਵਿੱਚ ਜਿਹੜੀ ਕੀਤੀ ਹੈਗੀ ਗੱਲ, ਇਹ ਨਹੀਂ ਸੀ ਕਿ ਮੈਂ ਮਹਿੰਗੀ ਲੈ ਕੇ ਆਇਆ ਵਾਂ। ਗੱਲ ਇਹ ਹੈਗੀ ਕਿ ਵੂਮੈਨ ਨੂੰ ਪਤਾ ਹੈ ਕਿ 50 ਸੈਂਟ ਦਾ ਫਰਕ ਹੈਗਾ ਵਾ। ਸੋ ਫਾਈਨੈਂਸ਼ੀਅਲ ਡਿਸੀਜਨ ਉਹ ਲੈਂਦੇ ਪਏ ਨੇ ਆਲਰੇਡੀ। ਯੈਸ, ਤੁਹਾਨੂੰ ਨਜ਼ਰ ਨਹੀਂ ਆਉਂਦੇ ਪਏ ਹੈਗੇ ਉਹ ਉਹਨਾਂ ਨੇ ਘਰ ਦਾ ਬਜਟ ਚਲਾਉਣਾ ਵਾ ਕਿ ਹਾਂਜੀ ਮੈਂ ਗਰੋਸਰੀ ਕਿੰਨੇ ਦੀ ਲੈਣੀ ਚਾਹੀਦੀ ਹੈਗੀ ਹੈ, ਔਰ ਸੁਪਰ ਸਟੋਰ ਤੋਂ ਚੁੱਕਣੀ ਹੈ, ਸੇਫੇ ਤੋਂ ਚੁੱਕਣੀ ਹੈ, ਕਿੱਥੋਂ ਚੁੱਕਣੀ ਹੈ, ਕਿਹੜੀ ਉਹਦੀ ਆਫਰ ਹੈ, ਉਹ ਆਲਰੇਡੀ ਉਹ ਕਰਦੇ ਪਏ ਨੇ।
ਸੋ ਇਹ ਡਿਫਰੈਂਸ ਨਹੀਂ ਹੈ, ਇਹ ਕਲਚਰ ਜਿਹੜਾ ਹੈਗਾ ਵਾ ਆਫ ਕੋਰਸ ਪਿੱਛੋਂ ਆਇਆ ਵਾ ਕਿ ਹਾਂਜੀ ਪਹਿਲਾਂ ਜਿਹੜੇ ਸੀਗੇ ਸਾਡੇ ਫਾਦਰ ਜਾਂ ਹਸਬੈਂਡ ਕਰਦੇ ਪਏ ਸੀਗੇ, ਉਹ ਜਸ ਕੌਨਸ਼ੀਅਸ ਨਹੀਂ ਸੀ ਕਿ ਅਸੀਂ ਵੀ ਕਰ ਸਕਦੇ ਹੈਗੇ ਆ। ਸੋ ਵੂਮਨ ਜਿਹੜੀਆਂ ਹੈਗੀਆਂ ਵਾ ਉਹ ਆਲਰੇਡੀ ਚਾਹੇ ਉਹ ਨਹੀਂ ਕਰਦੀਆਂ ਪਈਆਂ, ਉਹ ਕਲਚਰ ਦੇ ਨਾਮ ਨੇ, ਲੇਕਿਨ ਉਹਨਾਂ ਦੇ ਕੋਲ ਕਰ ਸਕਦੀਆਂ ਹੈ, ਉਹ ਕੇਪੇਬਲ ਹੈਗੀਆਂ ਵਾ, ਸਕਿੱਲ ਹੈ, ਪਾਵਰ ਹੈ, ਬਿਲਕੁਲ ਹੈਗੀ ਹੈ ਜੀ। ਐਂਡ ਕੌਨਫੀਡੈਂਸ ਆਈ ਥਿੰਕ ਇੱਥੇ ਹੀ ਬਸ ਨਹੀਂ ਗੱਲ ਖਤਮ ਹੋ ਜਾਂਦੀ ਹੈ। ਸ਼ਾਇਦ ਉਹਨਾਂ ਨੇ ਨਾ ਆਫ ਕੋਰਸ ਦੋ ਗੱਲਾਂ ਹੋਰ ਵੀ ਹੁੰਦੀਆਂ ਹੀ ਐਵੇਂ ਕਿ ਹਰ ਇੱਕ ਦਾ ਆਪਣਾ ਰੋਲ ਹੈ ਇੱਕ। ਸੋ ਵੂਮਨ ਨੇ ਖਾਲੀ ਆਪਣਾ ਫਾਈਨੈਂਸ਼ੀਅਲ ਨਹੀਂ ਕਰਨਾ, ਘਰ ਵੀ ਸੰਭਾਲਣਾ, ਬੱਚੇ ਵੀ ਸੰਭਾਲਣੇ ਨੇ, ਹੋਰ ਵੀ ਕੁਝ ਕਰਨਾ ਹੈਗਾ ਵਾ। ਉਹਦੇ ਵਿੱਚ ਇੱਕ ਤਾਂ ਟਾਈਮ ਜਿਹੜਾ ਹੈਗਾ ਵਾ ਕਿ ਮੈਂ ਘਰ ਵੀ ਦੇਖਾਂ, ਖਾਣਾ ਵੀ ਦੇਖਾਂ, ਤੁਹਾਡੀ ਗਰੋਸਰੀ ਦਾ 50 ਸੈਂਟ ਵੀ ਦੇਖਾਂ, ਤੇ ਤੁਹਾਡੇ ਮੈਂ ਫਿਰ ਬੈਂਕ ਅਕਾਊਂਟ ਵੀ ਚੈੱਕ ਕਰਾਂ। ਓਕੇ, ਹੁਣ ਉਹ ਫਿਰ ਉਹਨਾਂ ਨੇ ਉਹਦੇ 'ਤੇ ਛੋੜ ਦਿੱਤਾ। ਦੂਸਰੀ ਗੱਲ ਆ ਜਾਂਦੀ ਹੈ ਕਿ ਹਾਂਜੀ ਜਿਹੜਾ ਵਰਡ ਆ ਗਿਆ ਕੌਨਫੀਡੈਂਸ ਦਾ, ਇਹ ਹੁਣ ਕੌਨਫੀਡੈਂਸ ਜਿਹੜਾ ਹੈਗਾ ਨਾ ਬਿਲਟ ਇਨ ਅੰਦਰੋਂ ਹੈ ਆਪਣੇ ਸਾਡੇ, ਕਿ ਸ਼ਾਇਦ ਮੈਂ ਅਗਰ ਪੈਸੇ ਨੂੰ ਸੰਭਾਲਿਆ ਤਾਂ ਮੈਂ ਵੇਸਟ ਕਰ ਦੇਣਾ, ਰੁੜ ਨਾ ਜਾਵੇ, ਤੇ ਮੈਨੂੰ ਇਹ ਨਾ ਕੋਈ ਕਵੇ ਕਿ ਤੈਨੂੰ ਤਾਂ ਪੈਸਾ ਸੰਭਾਲਣਾ ਹੀ ਨਹੀਂ ਆਇਆ। ਸ਼ਾਇਦ ਅਸੀਂ ਆਪਣੇ ਆਸ-ਪਾਸ ਦੇਖਿਆ ਜਾਂ ਅਸੀਂ ਆਸ-ਪਾਸ ਦੇਖਿਆ ਕਿ ਹੋਰ ਕੋਈ ਨਹੀਂ ਕਰਦਾ, ਸਾਡੇ ਕੋਲ ਉਹ ਕੌਨਫੀਡੈਂਸ ਆਉਂਦਾ ਹੀ ਨਹੀਂ ਕਿ ਨਹੀਂ ਮੈਂ ਨਹੀਂ ਸੰਭਾਲ ਸਕਦੀ, ਇਹ ਕੰਮ ਨਾ ਮੇਰੇ ਹਸਬੈਂਡ ਦਾ ਹੀ ਹੈਗਾ ਵਾ। ਸੋ ਇਹ ਚੀਜ਼ ਜਿਹੜੀ ਬੜੀ ਇੱਕ ਇੰਪੋਰਟੈਂਟ ਸ਼ਾਰਟ ਕਮਿੰਗ ਹੈ। ਲੇਕਿਨ ਲਾਈਕ ਆਈ ਸੈਡ ਇਨ ਦਿਸ ਵਨ, ਟਾਈਮ ਬਦਲ ਗਿਆ ਹੈ ਜੀ। ਹੁਣ ਅਸੀਂ ਇਸ ਕੰਟਰੀ 'ਚ ਬੈਠੇ ਹਾਂ ਜਿੱਥੇ ਇਨਫੋਰਮੇਸ਼ਨ ਹੈ, ਨੌਲੇਜ ਹੈਗੀ ਹੈ, ਜਿੱਥੇ ਤੁਸੀਂ ਆਪਣਾ ਕਰ ਰਹੇ ਹੋ। ਮੈਨੂੰ ਤਾਂ ਇੱਕ ਦੱਸੋ ਕਿ ਜਦੋਂ ਇੰਡੀਆ ਵੀ ਸੀਗੇ, ਬਾਅਦ 'ਚ ਰੇਹੜੀ ਆਉਂਦੀ ਸੀਗੀ, ਤੇ ਤੁਸੀਂ ਸ਼ਾਇਦ ਪਤਾ ਸਾਡੇ ਖੂਨ 'ਚ ਬਣਿਆ ਹੋਇਆ ਹੈ ਕਿ ਬਾਰਗੇਨਿੰਗ ਤਾਂ ਕਰਨੀ ਹੈ, $10 ਦੀ ਚੀਜ਼ $8 'ਚ ਲੈਣੀ ਹੈਗੀ ਹੈ, ਉਹ ਵੀ ਤਾਂ ਫਾਈਨੈਂਸ਼ੀਅਲ ਹੀ ਹੈ ਜੀ। ਉਹਨੂੰ ਕੀ ਕਹਿੰਦੇ ਹੈਗੇ ਹੋ? ਜੇ ਤੁਸੀਂ $2 ਬਚਾਏ ਨੇ, ਫਾਈਨੈਂਸ਼ੀਅਲ ਆਪਣਾ ਮੈਨੇਜਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਹਾਂਜੀ ਪੈਸਾ ਕਿੱਥੇ ਖਰਚ ਨਾ ਕਰਨਾ ਹੈ, ਪੈਸਾ ਬਚਾਉਣਾ ਕਿੰਨਾ ਹੈ ਤੇ ਗਰੋ ਕਿੰਨਾ ਕਰਨਾ ਹੈ। ਸੋ $10 ਦੇ ਵਿੱਚ ਮੈਂ $2 ਬਚਾ ਲਏ ਹੈਗਲਿੰਗ ਕਰਕੇ, ਬਾਰਗੇਨਿੰਗ ਕਰਕੇ, ਤਾਂ ਉਹ ਵੀ ਫਾਈਨੈਂਸ਼ੀਅਲੀ ਮੈਨੇਜਮੈਂਟ ਹੈ। ਤੇ ਫਿਰ 10 ਦੇ 12 ਕੀਤੇ ਸੇਵਿੰਗ ਇਨਵੈਸਟਮੈਂਟ ਕਰਕੇ, ਉਹ ਵੀ ਹੈ ਆਲਰੇਡੀ ਸਾਡੇ ਕੋਲ ਹੈਗੀ ਜੀ। ਹਾਂ, ਬਸ ਇਹੀ ਹੈ, ਸ਼ਾਇਦ ਕੌਨਫੀਡੈਂਸ ਆਪਣੇ ਕੋਲ ਥੋੜਾ ਲੈਕਿੰਗ ਹੈ ਹਾਲੇ। ਆਈ ਥਿੰਕ ਉਹ ਛੋਟੇ ਡਿਸੀਜਨਸ ਜਦੋਂ ਬਣਾਉਣੇ ਸ਼ੁਰੂ ਕਰੋ, ਕੌਨਫੀਡੈਂਸ ਆਪੇ ਆਉਣਾ ਸ਼ੁਰੂ ਹੋ ਜਾਂਦਾ। ਮੈਂ ਤੁਹਾਨੂੰ ਕਿਹਾ ਜੀ, ਸ਼ਾਇਦ ਜਦੋਂ ਤੁਸੀਂ ਤੁਹਾਨੂੰ ਪਤਾ ਹੈ ਕਿ ਦਹੀਂ ਕਿੱਥੋਂ ਲੈ ਕੇ ਆਉਣੀ ਹੈ, ਦੁੱਧ ਕਿੱਥੋਂ ਲੈ ਕੇ ਆਉਣਾ ਹੈ, ਤਾਂ ਉਹ ਆ ਹੀ ਗਿਆ ਡਿਸੀਜਨ, ਤਾਂ ਕੌਨਫੀਡੈਂਸ ਆ ਹੀ ਗਿਆ ਤੁਹਾਨੂੰ ਜੀ। ਮਦਾਨ ਸਾਹਿਬ, ਕੋਈ ਪਤਾ ਨਹੀਂ ਹੁੰਦਾ ਕਿ ਕਿਸੇ ਵੇਲੇ ਕੀ ਹੋ ਜਾਣਾ। ਲਾਈਫ ਇਜ਼ ਸੋ ਅਨਪ੍ਰੈਡਿਕਟੇਬਲ ਕਿ ਜਿਵੇਂ ਅਸੀਂ ਪਹਿਲਾਂ ਤਾਂ ਕੋਵਿਡ ਦੇ ਟਾਈਮ ਤੋਂ ਅਸੀਂ ਕਹਿੰਦੇ ਕਿ ਅੱਛਾ ਉਦੋਂ ਕਿੱਦਾਂ ਦਾ ਹਾਲਾਤ ਹੋ ਗਏ ਸੀ, ਅਸੀਂ ਰਿਕਵਰ ਕਰਦੇ, ਥੋੜ੍ਹਾ ਬਹੁਤਾ ਆਪਣੇ ਆਪ ਨੂੰ ਪ੍ਰੀਪੇਅਰ ਕਰ ਪਾਏ। ਹੁਣ 2026 'ਚ ਪਹੁੰਚ ਗਏ ਆ, ਥਿੰਗਸ ਹੈਵ ਚੇਂਜ। ਅੱਛਾ, ਵਾਰ, ਟੈਰਿਫਸ ਐਂਡ ਐਵਰੀਥਿੰਗ, ਅਤੇ ਉਹ ਡਿਸਕਸ਼ਨਸ ਜਿਹੜੀਆਂ ਜਾਂ ਖਬਰਾਂ ਜਦੋਂ ਅਸੀਂ ਸੁਣਦੇ ਹਾਂ, ਤਾਂ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਉੱਤੇ ਭਾਰ ਵੀ ਪੈਂਦਾ। ਇਸ ਤੋਂ ਇਲਾਵਾ ਵੀ ਵੈਨ ਵੀ ਸੇ ਲਾਈਫ ਇਜ਼ ਅਨਪ੍ਰੈਡਿਕਟੇਬਲ, ਕਿਸੇ ਨੂੰ ਕਿਸੇ ਵੇਲੇ ਵੀ ਕੁਛ ਹੋ ਸਕਦਾ, ਕੋਈ ਹੈਲਥ ਇਸ਼ੂ ਬਣ ਸਕਦਾ ਹੈ, ਕਿਸੇ ਦਾ ਰੱਬ ਨਾ ਕਰੇ ਕੋਈ ਜੀ ਜਿਹੜਾ ਹੈ ਪਰਿਵਾਰ ਦਾ ਚਲਾ ਜਾਵੇ। ਅਤੇ ਇਹਨਾਂ ਸਿਚੁਏਸ਼ਨਸ ਵਾਸਤੇ ਕੀ ਅਸੀਂ ਫਾਈਨੈਂਸ਼ੀਅਲ ਲੈਵਲ ਦੇ ਉੱਤੇ ਆਪਣੇ ਆਪ ਨੂੰ ਤਿਆਰ ਕਰਦੇ ਹਾਂ? ਬਿਲਕੁਲ ਜੀ, ਦਿਸ ਇਜ਼ ਇਹ ਲਾਈਫ ਦੀ ਰਿਐਲਿਟੀ ਹੈ ਜੀ, ਕਿ ਲਾਈਫ ਇਵੈਂਟਸ ਹੁੰਦੇ ਜਿਹੜੇ ਪੋਸੀਬਲ ਨਹੀਂ। ਸੋ ਲਾਈਫ ਇਵੈਂਟਸ ਦਾ ਆਪਾਂ ਕਹਿੰਦੇ ਹਾਂ ਕਿ ਡੈਥ of course is the biggest one in there, and again ਇਹ ਗੱਲ ਖਾਲੀ ਅਸੀਂ ਇੱਕ ਕਿਸੇ ਪਰਟੀਕੂਲਰ ਪਰਸਨ ਵਾਸਤੇ, ਵੂਮੈਨ ਜਾਂ ਮੈਨ ਵਾਸਤੇ ਨਹੀਂ, ਸਭ ਵਾਸਤੇ, ਬੱਚਿਆਂ ਵਾਸਤੇ ਵੀ ਹੈ, ਮੈਨ ਵਾਸਤੇ ਵੀ ਹੈ, ਵੂਮੈਨ ਵਾਸਤੇ ਵੀ ਹੈ। ਅਗਰ ਰੱਬ ਨਾ ਕਰੇ ਕਿ ਇੱਕ ਡੈਥ ਹੋ ਜਾਂਦੀ ਹੈ, ਅਗਰ ਫੀਮੇਲ ਦੀ ਹੋ ਜਾਂਦੀ ਹੈ, ਤਾਂ ਮੈਨ ਵਾਸਤੇ ਉਹਨੂੰ ਵੀ ਹੈਂਡਲ ਕਰਨਾ ਕਿ ਬੱਚਿਆਂ ਦੀ ਫਾਈਨੈਂਸ਼ੀਅਲ ਡੇ ਕੇਅਰ ਵਾਸਤੇ ਮੈਂ ਕਿੱਦਾਂ ਕਰਨਾ ਹੈਗਾ ਵਾ। ਸੋ ਪਾਰਟ ਆਫ ਦੈਟ ਵਨ, ਸੈਪਰੇਸ਼ਨ, ਡਿਵੋਰਸ ਦੀ ਗੱਲ ਕਰਦੇ ਹੈਗੇ ਆ, ਡਿਸੇਬਿਲਿਟੀ ਦੀ ਗੱਲ ਕਰਦੇ ਹਾਂ ਕਿ ਹਾਂਜੀ ਇੱਕ ਜਿਹੜਾ ਕਮਾਉਣ ਵਾਲਾ ਬੰਦਾ ਉਹ ਡਿਸੇਬਲ ਹੋ ਜਾਏ, ਦੈਨ ਵਾਟ। ਸਾਰੀਆਂ ਚੀਜ਼ਾਂ ਦੇ ਨਾਲ ਫਾਈਨੈਂਸ਼ੀਅਲ ਰਿਲੇਟਿਡ ਹੈਗਾ ਵਾ ਇਸ ਚੀਜ਼ ਦੇ ਨਾਲ ਨਾ। ਸੋ ਇੱਕ ਬੜਾ ਜ਼ਰੂਰੀ ਹੈ ਕਿ ਘਰ ਦਾ ਹਰ ਮੈਂਬਰ ਜਿਹੜਾ ਹੈਗਾ ਵਾ, ਮੈਂ ਉਹ ਹਰ ਇੱਕ ਮੈਂਬਰ ਤਾਂ ਹੀ ਮੈਂ ਗੱਲ ਕਰਦਾ ਵਾਂ, ਚਾਹੇ ਉਹ ਮੇਲ ਹੋਵੇ, ਫੀਮੇਲ ਹੋਵੇ ਜਾਂ ਬੱਚੇ ਹੋਵੇ, ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਇੱਕ ਫਾਈਨੈਂਸ਼ੀਅਲ ਨੌਲੇਜ, ਆਪਣੇ ਘਰ ਦੀ ਫਾਈਨੈਂਸ਼ੀਅਲ ਨੌਲੇਜ ਜਿਹੜੀ ਹੈਗੀ ਉਹਨੀ ਜ਼ਰੂਰੀ ਹੈ। ਉਹਦੇ 'ਚ ਬਹੁਤ ਗੱਲਾਂ ਆ ਜਾਂਦੀਆਂ ਜੀ, ਚਾਹੇ ਉਹ ਤੁਹਾਨੂੰ ਪਤਾ ਹੋਵੇ ਕਿ ਘਰ ਦਾ ਆਪਣਾ ਟਾਈਟਲ ਦੇ ਉੱਤੇ ਕੌਣ ਹੈਗਾ ਵੈ, ਬੈਂਕ ਅਕਾਊਂਟ ਦੇ ਵਿੱਚ ਕੀ ਹੈਗਾ ਵੈ, ਇਨਵੈਸਟਮੈਂਟ ਕਿੱਥੇ ਹੈਗੀਆਂ ਵੈ, ਔਰ ਸਭ ਤੋਂ ਵੱਡੀ ਗੱਲ ਜੀ ਇੰਸ਼ੋਰੈਂਸ ਹੈਗੀ ਕਿ ਨਹੀਂ ਹੈਗੀ, ਪਤਾ ਹੀ ਨਹੀਂ ਹੈ ਜੀ। ਸੋ ਬੜਾ ਹੀ ਇੰਪੋਰਟੈਂਟ ਗੱਲਾਂ ਹੈਗੀਆਂ ਜੀ, ਇਹ ਬੜੀਆਂ ਜ਼ਰੂਰੀ ਨੇ ਇਹ ਨੌਲੇਜ ਲੈਣੀ ਆ, ਸਪੈਸ਼ਲੀ ਜਦੋਂ ਲਾਈਫ ਇਫੈਕਟਸ ਹੁੰਦੇ ਹੈਗੇ ਨੇ। ਐਂਡ ਦੇਰ ਆਰ ਫੈਮਲੀਜ਼, ਆਈ ਥਿੰਕ ਉਹਦੇ 'ਚ ਟਰਸਟ ਦੀ ਕਮੀ ਆ, ਹਸਬੈਂਡ ਵਾਈਫ ਦੀ ਜਾਂ ਹੋਰ ਫੈਮਲੀ ਮੈਂਬਰਸ ਦੇ ਨਾਲ, ਉਹ ਦੱਸਦੇ ਹੀ ਨਹੀਂ, ਡਿਸਕਲੋਜ਼ ਹੀ ਨਹੀਂ ਕਰਦੇ ਕਿ ਕਿੱਥੇ ਕਿੱਥੇ ਅਸੀਂ ਇੰਸ਼ੋਰੈਂਸ ਜਾਂ ਕਿਸ ਤਰ੍ਹਾਂ ਦੇ ਨਾਲ ਇਨਵੈਸਟਮੈਂਟ ਕਰ ਰੱਖੀ ਹੈ। ਆਈ ਥਿੰਕ ਟਰਸਟ ਤੋਂ ਪਹਿਲੇ ਨਾ, ਜਿਹੜਾ ਤੁਸੀਂ ਪਹਿਲਾ ਵਰਡ ਕਿਹਾ ਹੈਗਾ ਵਾ, ਆਪਾਂ ਨਾ ਇਹਨੂੰ ਡਿਵਾਈਡ ਕਰ ਦਿੱਤਾ ਵਾ ਕਿ ਹਾਂਜੀ ਇਹ ਹਸਬੈਂਡ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈਗਾ, ਜਾਂ ਫਿਰ ਮੇਰੀ ਵਾਈਫ ਕਰਦੀ ਹੈ, ਮੇਰਾ ਕੰਮ ਨਹੀਂ ਹੈਗਾ, ਡਿਵਾਈਡ ਕਰਤਾ ਮੈਂ। ਨੋ,
ਆਈ ਥਿੰਕ ਇਹ ਬੜਾ ਇੰਪੋਰਟੈਂਟ ਪਹਿਲੀ ਗੱਲ ਸਿੰਪਲ ਜੀ ਗੱਲ ਹੈ ਟਰਸਟ ਕਿੱਥੋਂ ਬਣਦਾ ਹੈ ਜੀ ਟਰਸਟ ਬਣਦਾ ਹੈ ਕਮਿਊਨੀਕੇਟ ਕਰਨ ਦੇ ਨਾਲ ਇੱਕ ਦੂਜੇ ਨਾਲ ਗੱਲ ਕਰਨ ਦੇ ਨਾਲ ਅਗਰ ਆਪਾਂ ਪਰਸੈਪਸ਼ਨ ਬਣਾ ਲਈਏ ਨਾ ਕਿ ਹਾਂਜੀ ਮੈਂ ਉਹਨੂੰ ਸੰਭਾਲਣਾ ਨਹੀਂ ਆਉਣਾ ਮੈਂ ਦੱਸਣਾ ਨਹੀਂ ਉਹਨੂੰ ਰਾਈਟ ਜੇ ਮੈਂ ਹਸਬੈਂਡ ਦੀ ਗੱਲ ਕਰਦਾ ਵਾਂ ਕਿ ਹਾਂਜੀ ਇਹਨੂੰ ਤਾਂ ਪਤਾ ਹੀ ਨਹੀਂ ਚੱਲਣਾ ਮੈਂ ਤਾਂ ਕਰਦਾ ਵਾਂ ਜੇ ਵਾਈਫ ਦੀ ਗੱਲ ਕਰਦਾ ਵਾਂ ਕਿ ਮੈਂ ਆਪਣੇ ਪੈਸੇ ਥੋੜੇ ਜਿਹੇ ਸਾਈਡ ਤੇ ਪਰਸ ਚੋਂ ਕੱਢ ਕੇ ਬਾਹਰ ਰੱਖ ਲਵਾਂ ਪਤਾ ਨਹੀਂ ਇਹਨਾਂ ਨੇ ਕੱਲ ਮੈਂ ਦੇਣੇ ਕਿ ਨਹੀਂ ਆਹੋ ਮੈਂ 골ਡ ਬਾਰ ਖਰੀਦ ਕੇ ਰੱਖੀ ਹੈ ਦੱਸੀ ਨਹੀਂ ਹੈ ਟਰਸਟ ਦੀ ਗੱਲ ਆ ਗਈ ਨਾ ਲੇਕਿਨ ਕਮਿਊਨੀਕੇਟ ਵਿਦ ਈਚ ਅਦਰ ਜਦੋਂ ਤੁਸੀਂ ਆਪਸ ਦੇ ਵਿੱਚ ਗੱਲ ਕਰਦੇ ਹੋ ਨਾ ਫਾਈਨੈਂਸ਼ੀਅਲ ਦੀ ਗੱਲ ਕਰਦੇ ਹੋ ਕਿ ਹਾਂਜੀ ਸਾਡੇ ਘਰ ਦੀ ਮੌਰਗੇਜ ਕਿੰਨੀ ਹੈ ਸਾਡੇ ਘਰ 'ਚ ਕਿੰਨੇ ਪੈਸੇ ਆਉਂਦੇ ਨੇ ਤੇ ਕਿੰਨੇ ਆਪਣਾ ਬਜਟ ਬਣਾਉਣਾ ਉਹਦਾ ਕਿੱਦਾਂ ਅਫੋਰਡ ਕਰ ਸਕਦੇ ਹੈਗੇ ਆ ਸਾਡੇ ਕੋਲ ਕਿੰਨੇ ਪੈਸੇ ਸਪੇਅਰ ਹੈਗੇ ਨੇ ਕਿ ਕੱਲ ਨੂੰ ਅਸੀਂ ਵੈਕੇਸ਼ਨ ਤੇ ਜਾ ਸਕਦੇ ਕਿ ਨਹੀਂ ਜਾ ਸਕਦੇ ਆਪਸ 'ਚ ਗੱਲ ਕਰੋ ਜੀ ਗੱਲ ਕਰੋਗੇ ਟਰਸਟ ਆਪਣੇ ਆਪ ਹੀ ਆ ਜਾਂਦਾ ਜੀ ਵਿੱਚ ਜਦੋਂ ਇੱਕ ਦੂਜੇ ਦੀ ਅੰਡਰਸਟੈਂਡਿੰਗ ਆ ਜਾਂਦੀ ਨਾ ਕਿ ਹਾਂਜੀ ਹਸਬੈਂਡ ਸਮਝਦਾ ਕਿ ਜੇ ਮੈਂ ਇਹਨੂੰ ਦੱਸਤਾ ਕਿ ਮੇਰੇ ਕੋਲ ਬਹੁਤ ਪੈਸੇ ਹੈਗੇ ਨੇ ਇਹਨੇ ਜਾ ਕੇ ਸ਼ਾਇਦ ਸੋਨੇ ਦੀ ਜੁਐਲਰੀ ਖਰੀਦ ਲੈਣੀ ਹੈ ਤੇ ਕੱਲ ਨੂੰ ਮੇਰੀ ਰਿਟਾਇਰਮੈਂਟ ਦਾ ਕੀ ਬਣੇਗਾ ਵਾਈਫ ਸੋਚਦੀ ਹੈ ਕਿ ਜੇ ਮੈਂ ਇਹਨਾਂ ਨੂੰ ਦੱਸਤਾ ਕਿ ਮੇਰੇ ਕੋਲ ਪੈਸੇ ਹੈਗੇ ਨੇ ਤੇ ਇਹਨਾਂ ਨੇ ਮੈਨੂੰ ਆਪਣਾ ਜਾ ਕੇ ਕਿਤੇ BMW ਖਰੀਦ ਲੈਣੀ ਹੈਗੀ ਜਦੋਂ ਦੋਨੋਂ ਆਪਸ 'ਚ ਗੱਲ ਕਰਦੇ ਨੇ ਕਿ ਹਾਂਜੀ ਸਾਨੂੰ ਕੱਲ ਨੂੰ $1 ਲੱਖ ਚਾਹੀਦਾ ਹੈ ਕਿ ਜੇ ਆਪਾਂ ਕੱਲ ਨੂੰ ਸੇਵਿੰਗਸ ਕਰਨੀਆਂ ਹੈ ਕੱਲ ਨੂੰ ਵਿਆਹ ਕਰਨਾ ਬੱਚਿਆਂ ਦਾ ਤੇ ਦੋਨਾਂ ਨੂੰ ਪਤਾ ਹੈ ਭਈ $1 ਲੱਖ ਨਾ ਹੋਇਆ ਤਾਂ ਬੱਚੇ ਦਾ ਵਿਆਹ ਨਹੀਂ ਹੋਣਾ ਮੇਰਾ ਜਾਂ ਬੱਚੇ ਦੀ ਐਜੂਕੇਸ਼ਨ ਨਹੀਂ ਹੋਣੀ ਫਿਰ ਆਪਣੇ ਆਪ ਹੀ ਉਹ ਆਪਣੇ ਆਪ ਆ ਜਾਂਦਾ ਜੀ ਕਿ ਨਹੀਂ ਮੈਂ BMW ਨਹੀਂ ਖਰੀਦਣੀ ਜਾਂ ਮੈਂ ਗੋਲਡ ਦੀ ਚੇਨ ਨਹੀਂ ਖਰੀਦਣੀ ਪੈਸਾ ਸੰਭਾਲ ਕੇ ਰੱਖਣਾ ਹੈਗਾ ਵੈ ਕਿਉਂਕਿ ਇਹ ਫੈਮਿਲੀ ਰਿਸਪੌਂਸਿਬਿਲਿਟੀ ਹੈ ਨਾਟ ਵਨ ਪਰਸਨ ਰਿਸਪੌਂਸਿਬਿਲਿਟੀ ਸੋ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇਦਾਂ ਲੱਗਦਾ ਕਿ ਇਟਸ ਨਾਟ ਜਸਟ ਅਬਾਊਟ ਫਾਈਨੈਂਸ਼ੀਅਲ ਨੌਲੇਜ ਇਟਸ ਆਲਸੋ ਅ ਸੋਸ਼ਲ ਇਸ਼ੂ ਐਜ਼ ਵੈਲ ਐਟ ਦ ਸੇਮ ਟਾਈਮ ਫੈਮਿਲੀ ਇਸ਼ੂ ਸ਼ਾਇਦ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਥੋੜਾ ਕੁਝ ਕਹਿ ਸਕਦੇ ਹਾਂ ਕਿ ਇਹ ਸ਼ਾਇਦ ਪੋਸੀਬਿਲਿਟੀ ਹੈਗੀ ਹੈ ਕਿ ਹਾਂਜੀ ਇਹ ਜਿੱਦਾਂ ਤੁਸੀਂ ਕਿਹਾ ਕਿ ਕਲਚਰ ਆਪਣੇ ਕਲਚਰ ਨੇ ਇਹ ਚੀਜ਼ ਬਣਾ ਦਿੱਤੀ ਹੈਗੀ ਹੈ ਪਰ ਟਾਈਮ ਬਦਲੇਗਾ ਜੀ ਐਜੂਕੇਸ਼ਨ ਬਦਲਦੀ ਹੈ ਟਾਈਮ ਬਦਲਦੀ ਹੈ ਕਮਿਊਨੀਕੇਸ਼ਨ ਚੀਜ਼ ਨੂੰ ਬਦਲਦੀ ਹੈ ਔਰ ਆਈ ਐਮ ਪ੍ਰੀਟੀ ਹੋਪਫੁਲ ਕਿ ਫਿਊਚਰ 'ਚ ਬਦਲੇਗੀ ਸੋ ਜਦੋਂ ਅਸੀਂ ਇਹ ਕਹਿੰਦੇ ਆ ਕਿ ਇੱਕ ਸਪਾਊਸ ਜਿਹੜਾ ਹੈ ਉਹ ਘਰ ਰਹਿ ਕੇ ਬੱਚਿਆਂ ਦਾ ਖਿਆਲ ਰੱਖਦੇ ਨੇ ਐਂਡ ਮੋਸਟਲੀ ਮਦਰਸ ਤੇ ਫਾਈਨੈਂਸ਼ੀਅਲ ਨੌਲੇਜ ਉਹਨਾਂ ਨੂੰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਈਵਨ ਦੋ ਦੇ ਆਰ ਨਾਟ ਗੋਇੰਗ ਆਊਟ ਟੂ ਅਰਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੀ ਮੈਂ ਸਿੰਪਲ ਜਿਹੀ ਗੱਲ ਕਹਾਂ ਚਾਹੇ ਨੂੰ ਜੋ ਕਿ ਲੈ ਕੇ ਚੱਲੋ ਆਈਫੋਨ ਦੇ ਪਾਸਵਰਡ ਤੋਂ ਪਹਿਲਾਂ ਬੈਂਕਿੰਗ ਦਾ ਪਾਸਵਰਡ ਲਵੋ ਮੋਟੀ ਜੀ ਗੱਲ ਇਹ ਹੈਗੀ ਹੈ ਕਿ ਰੱਬ ਨਾ ਕਰੇ ਕਿ ਜਿਹੜਾ ਮੈਂ ਆਪਾਂ ਨਾਮ ਨਹੀਂ ਨਾ ਕਿ ਕੌਣ ਸਪਾਊਸ ਹੈ ਆਈਦਰ ਸਪਾਊਸ ਆਪਾਂ ਕਹਿਣਾ ਹੈ ਡਸਨਟ ਮੈਟਰ ਕੌਣ ਹੈਗਾ ਜੀ ਰੱਬ ਨਾ ਕਰੇ ਜਿਹੜਾ ਦੂਸਰਾ ਸਪਾਊਸ ਜਿਹੜਾ ਹੈਗਾ ਜਿਹੜਾ ਕੰਮ ਕਰਦਾ ਵਾ ਔਰ ਇੱਧਰਲਾ ਸੰਭਾਲਦਾ ਪਿਆ ਵਾ ਔਰ ਇੱਧਰਲਾ ਸਪਾਊਸ ਘਰ ਸੰਭਾਲਦਾ ਪਿਆ ਹੈਗਾ ਵਾ ਅਗਰ ਰੱਬ ਨਾ ਕਰੇ ਦੂਸਰੇ ਨੂੰ ਨਾ ਹੋਵੇ ਤੁਹਾਨੂੰ ਪਤਾ ਨਾ ਹੋਵੇ ਕਿਹੜਾ ਬੈਂਕ ਅਕਾਊਂਟ ਕਿੱਥੇ ਕਿੱਥੇ ਹੈਗੇ ਨੇ ਕਿਹੜੇ ਬੈਂਕ ਅਕਾਊਂਟ ਹੈਗੇ ਨੇ ਉਹਦਾ ਪਾਸਵਰਡ ਕੀ ਉਹਦੇ ਆਨਲਾਈਨ ਬੈਂਕ 'ਚ ਕਿੰਨੇ ਪੈਸੇ ਪਏ ਨੇ ਪਹਿਲਾ ਇੰਪੋਰਟੈਂਟ ਕੰਮ ਜੀ ਪਹਿਲਾਂ ਪਤਾ ਕਰੋ ਕਿ ਹਾਂਜੀ ਸਾਡੀਆਂ ਸਾਰੀਆਂ ਸੋਰਸਿਸ ਆਫ ਇਨਕਮ ਕੀ ਨੇ ਸੋ ਸਾਡੀਆਂ ਸੋਰਸਿਸ ਆਫ ਇਨਕਮ ਸੈਲਰੀ ਹੈਗੀ ਹੈ ਜਾਂ ਬਿਜ਼ਨਸ ਹੈਗਾ ਵੈ ਜਾਂ ਇਨਵੈਸਟਮੈਂਟਸ ਹੈਗੀਆਂ ਵੈ ਕਿੱਥੋਂ ਪੈਸਾ ਆ ਰਿਹਾ ਇੰਟਰਸਟ ਆ ਰਿਹਾ ਵੈ ਸਭ ਕੁਝ ਆ ਰਿਹਾ ਹੈਗਾ ਵੈ ਸਾਡੇ ਪੈਸੇ ਕਿੱਥੇ ਕਿੱਥੇ ਪਏ ਨੇ ਬੈਂਕ ਦੇ ਵਿੱਚ ਪਏ ਨੇ ਇਨਵੈਸਟਮੈਂਟਸ ਪਏ ਨੇ RRSP 'ਚ ਪਏ ਨੇ GIC 'ਚ ਪਏ ਨੇ ਸਾਡੀ ਕੋਈ ਆਪਣੀ ਪ੍ਰੋਪਰਟੀ ਹੈਗੀ ਹੈ ਉਹਦੇ ਵਿੱਚ ਹੈਗੇ ਨੇ ਔਰ ਸ਼ਾਇਦ ਇੰਡੀਆ ਵਿੱਚ ਵੀ ਹੈਗੇ ਨੇ ਔਰ ਲਾਸਟ ਥਿੰਗ ਸੇਫਟੀ ਡਿਪੋਜ਼ਿਟ ਕਿੱਥੇ ਪਿਆ ਵੈ ਉਹਦੇ 'ਚ ਕੀ ਪਿਆ ਵਾ ਇਹਦੇ ਅੰਦਰ ਨੌਲੇਜ ਰੱਖੋ ਜੀ ਲਿਖ ਕੇ ਰੱਖੋ ਮੈਂ ਕਹਾਂਗਾ ਇੱਕ ਸਪਰੈਡਸ਼ੀਟ ਬਣਾਓ ਆਪਣੀ ਜਾਂ ਕੋਈ ਕਾਪੀ ਲਗਾ ਲਓ ਉਹਦੇ ਉੱਤੇ ਲਿਖ ਕੇ ਰੱਖੋ ਸਾਡੇ ਕੋਲ ਕਿਹੜੀ ਚੀਜ਼ ਕਿੱਥੇ ਹੈਗੀ ਹੈ ਕੋਈ ਇੱਕ ਛੋਟੀ ਚੀਜ਼ ਵੀ ਅਗਰ ਸਪੋਜ਼ ਕਰੋ ਕਿ ਦੂਸਰੇ ਬੰਦੇ ਨੇ ਨਹੀਂ ਲਿਖੀ ਹੋਗੀ ਸਪਨਾ ਨਹੀਂ ਆਉਣਾ ਜੀ ਔਰ ਰੱਬ ਨਾ ਕਰੇ ਟਾਈਮ ਕਿੱਦਾਂ ਦਾ ਆਉਣਾ ਡੈਥ ਹੁੰਦੀ ਹੈ ਡਿਸੇਬਿਲਿਟੀ ਹੁੰਦੀ ਹੈਗੀ ਹੈ ਸ਼ਾਇਦ ਮੈਂ ਕੋਈ ਬੈਂਕ ਅਕਾਊਂਟ ਖੁਲਾਇਆ ਸੀ ਇੰਡੀਆ ਦੇ ਵਿੱਚ ਉੱਥੇ ਪੈਸੇ ਪਏ ਸੀਗੇ ਮੈਨੂੰ ਪਤਾ ਹੀ ਨਹੀਂ ਹੈਗਾ ਉਹ ਉੱਥੇ ਹੀ ਖਤਮ ਹੋ ਜਾਣੇ ਸ਼ਾਇਦ ਜੀ ਕੋਈ ਬੰਦਾ ਦਾ ਕੰਟੈਕਟ ਹੀ ਨਹੀਂ ਸ਼ਾਇਦ ਐਡਰੈਸ ਚੇਂਜ ਹੋ ਗਿਆ ਉਸ ਵਕਤ ਚੱਲ ਸੋ ਪਹਿਲਾ ਕੰਮ ਮੈਂ ਇਹੀ ਕਹਾਂਗਾ ਜੀ ਆਪਣਾ ਜੋ ਤੁਹਾਡੇ ਕੋਲ ਸਾਡੇ ਕੋਲ ਸਾਰੇ ਐਸੈਟਸ ਹੈਗੇ ਨੇ ਉਹ ਜ਼ਰੂਰ ਸੰਭਾਲ ਕੇ ਰੱਖੋ ਦੂਸਰੇ ਪਾਸੇ ਹੁਣ ਚੱਲਨੇ ਆ ਜਿਹੜਾ ਇੱਕ ਹੋਰ ਸਾਡੀ ਸੋਸ਼ਲ ਪ੍ਰੋਬਲਮ ਹੈਗੀ ਹੈ ਮੈਂ ਇਹ ਪਰਸਨਲ ਐਕਸਪੀਰੀਅੰਸ ਨਾਲ ਵੀ ਕਹਿ ਸਕਦਾ ਹੈਗਾ ਵਾ ਰੱਬ ਨਾ ਕਰੇ ਕਿ ਇੱਕ ਦੂਸਰਾ ਬੰਦਾ ਜਿਹੜਾ ਹੈਗਾ ਉਹਨੂੰ ਕੁਝ ਹੋ ਜਾਂਦਾ ਹੈਗਾ ਵਾ ਲਾਇਬਿਲਿਟੀ ਸਾਈਡ ਡੈਟ ਸਾਈਡ ਬੜੇ ਬੰਦੇ ਬਾਹਰ ਖੜੇ ਹੋ ਜਾਂਦੇ ਜੀ ਕਿ ਇੰਨੇ ਪੈਸੇ ਮੇਰਾ ਨਦੀ ਨਾ ਸੀਗਾ ਸੱਚ ਹੈ ਕਿ ਝੂਠ ਹੈ ਜਿਹੜਾ ਬੰਦੇ ਨੂੰ ਹੋ ਗਿਆ ਉਹ ਤਾਂ ਬੰਦਾ ਹੈ ਹੀ ਨਹੀਂ ਹੈ ਦੱਸਣ ਵਾਲਾ ਹੀ ਹੈ ਨਹੀਂ ਸੋ ਕੋਈ ਉਹਦਾ ਪੇਪਰ ਵਰਕ ਲਿਖਿਆ ਹੋਇਆ ਵੈ ਆਪਸ 'ਚ ਗੱਲ ਕਰੋ ਕਿ ਹਾਂ ਬਈ ਅਸੀਂ ਇਹਨਾਂ ਦਾ ਪੈਸਾ ਨਾ ਦੇਣ ਵਾਲਾ ਸੀਗਾ ਕਈ ਵਾਰੀ ਪ੍ਰਾਈਵੇਟ ਲੋਨ ਵੀ ਹੋ ਸਕਦੇ ਹੈਗੇ ਨੇ ਮੈਂ ਨਹੀਂ ਕਹਿੰਦਾ ਕਦੀ ਆਪਣਾ ਅਰੇਂਜਮੈਂਟ ਹੋ ਸਕਦਾ ਹੈਗਾ ਵੈ ਲਿਖ ਕੇ ਰੱਖੋ ਉਸ ਚੀਜ਼ ਨੂੰ ਕੋਈ ਕਾਪੀ ਲਗਾ ਲਓ ਜੇ ਕੋਈ ਬਹੁਤਾ ਫਾਰਮਲ ਨਹੀਂ ਕਰਨਾ ਕੰਪਿਊਟਰ ਨਹੀਂ ਲਗਾਉਣਾ ਕਾਪੀ ਲਗਾ ਲਓ ਅੱਜ ਕੱਲ੍ਹ ਤਾਂ ਐਪਸ ਹੀ ਬਹੁਤ ਹੈਗੀਆਂ ਜੋ ਉੱਥੇ ਬੜਾ ਸੰਭਾਲਿਆ ਜਾਂਦਾ ਹੈਗਾ ਵੈ ਸੋ ਇਹ ਜ਼ਰੂਰੀ ਹੈ ਕਿ ਦੋਨੋਂ ਚੀਜ਼ਾਂ ਐਸੈਟ ਮਤਲਬ ਪ੍ਰੋਪਰਟੀਆਂ ਆਪਣੀਆਂ ਲਾਇਬਿਲਿਟੀ ਡੈਟ ਮਤਲਬ ਜੋ ਦੇਣ ਵਾਲਾ ਹੈ ਦੇਣਦਾਰੀ ਹੈਗੀ ਹੈ ਦੋਨਾਂ ਦਾ ਹਿਸਾਬ ਰੱਖੋ ਜੀ ਬਹੁਤ ਜ਼ਰੂਰੀ
ਯੈਸ, ਵੈਸੇ ਤਾਂ ਜ਼ਿਆਦਾ ਕਰਕੇ ਅਸੀਂ ਕੈਨੇਡੀਅਨ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਸੁਰੇਸ਼ ਜੀ, ਪਰ ਤੁਸੀਂ ਇੰਡੀਆ ਦਾ ਜ਼ਿਕਰ ਕੀਤਾ ਜਾਂ ਬੈਕ ਹੋਮ ਕੰਟਰੀ ਜਿੱਥੋਂ ਵੀ ਸਾਡੇ ਲਿਸਨਰਸ ਹੈਗੇ ਨੇ, ਕਈ ਵਾਰੀ ਉੱਥੇ ਦੀ ਪ੍ਰੋਪਰਟੀ ਦੇ ਬਾਰੇ ਤੁਹਾਡੇ ਸਪਾਊਸ ਨੂੰ ਜਾਂ ਤੁਹਾਡੇ ਫੈਮਿਲੀ, ਤੁਹਾਡੇ ਐਡਲਟ ਹੋ ਗਏ ਬੱਚਿਆਂ ਨੂੰ ਇਨਫੋਰਮੇਸ਼ਨ ਨਹੀਂ ਹੈ। ਔਰ ਉੱਥੇ ਜਾ ਕੇ ਫਿਰ ਕੌਣ ਲੜੇਗਾ, ਕਿਹੜਾ ਕੀ ਵਕੀਲ ਕਰੇਗਾ। ਕਈ ਵਾਰੀ ਉੱਥੋਂ ਦੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੀਆਂ 4 ਥਾਵਾਂ 4 ਸ਼ਹਿਰਾਂ ਦੇ ਵਿੱਚ ਇੱਦਾਂ ਪ੍ਰਾਪਰਟੀਆਂ ਹੈ, ਇੰਨੇ ਕਿੱਲੇ ਜ਼ਮੀਨ ਇਹਨਾਂ ਦੇ ਕੋਲ ਪਈ ਹੋਈ ਹੈ, ਅਤੇ ਉਹ ਚਾਚਾ ਹੀ ਕੋਈ ਨਾ ਕੋਈ ਹੋਰ ਗੱਲ ਬਣਾ ਕੇ ਸਾਈਨ ਕਰਵਾ ਕੇ ਅਤੇ ਉਹ ਪ੍ਰੋਪਰਟੀ ਆਪਣੇ ਨਾਮ ਕਰਾ ਕੇ ਬੈਠ ਜਾਂਦੇ ਨੇ, ਅਤੇ ਤੁਹਾਨੂੰ ਪਿੱਛੇ ਰਹਿ ਗਈ ਫੈਮਿਲੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਚੱਲ ਰਿਹਾ ਹੈ। ਇਹ ਤੁਸੀਂ ਮੈਨੂੰ ਗੱਲ ਕਹੀਏ ਨਾ, ਮੈਂ ਤੁਹਾਨੂੰ ਦੱਸਦਾ ਕਿ ਇਹ ਰੀਅਲ ਪ੍ਰੈਕਟੀਕਲ ਹੈ ਜੀ। ਯਾ ਨੋਟ ਓਨਲੀ ਦਿਸ ਵਨ, ਤੁਸੀਂ ਇੱਥੇ ਆ ਗਏ ਹੋ, ਤੁਹਾਡੇ ਪੇਰੈਂਟਸ ਉੱਥੇ ਰਹਿ ਗਏ ਨੇ, ਤੁਹਾਡੇ ਪੇਰੈਂਟਸ ਦੀ ਡੈਥ ਹੋ ਗਈ, ਉਹਨਾਂ ਨੇ ਵੀ ਕੁਝ ਸੰਭਾਲ ਕੇ ਰੱਖਿਆ ਹੋਇਆ ਸੀਗਾ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਨਾਮ ਤੇ ਹੋਣਾ ਸੀ ਕਦੀ। ਸੱਚੀ ਕੋਈ ਵਿਲ ਨਹੀਂ ਲਿਖੀ ਹੋਈ, ਕੋਈ ਪੇਪਰ ਨਹੀਂ ਲਿਖਿਆ ਹੋਇਆ। ਕਿਤੇ ਰੱਬ ਕਰੇ ਕੋਈ ਚੰਗਾ ਬੰਦਾ ਸੀ, ਉਹਨੇ ਦੱਸਤਾ ਕਿ ਹਾਂ ਵੀ ਤੇਰੇ ਡੈਡ ਦਾ ਵਿੱਚ ਮੇਰਾ ਸ਼ੇਅਰ ਸੀਗਾ ਤੇ ਆਹ ਪ੍ਰੋਪਰਟੀ ਤੇਰੇ ਨਾਮ ਤੇ ਵੀ ਹੈਗੀ ਹੈ, ਤੁਹਾਨੂੰ ਪ੍ਰੋਪਰਟੀ ਤੁਹਾਨੂੰ ਮਿਲ ਗਈ। ਇਹ ਬੜੀ ਕਾਮਨ ਚੀਜ਼ ਹੈ ਜੀ। ਸ਼ਾਇਦ ਤੁਸੀਂ ਸਮਝਦੇ ਹੋ ਕਿ ਸ਼ਾਇਦ ਨਹੀਂ ਹੁੰਦੀ, ਪਰ ਮੈਂ ਤੁਹਾਨੂੰ ਦੱਸਦਾ, ਮੇਰੀ ਪ੍ਰੈਕਟਿਸ ਛੋਟੀ ਜੀ ਹੈ ਜੀ। ਮੈਂ ਇੱਕ ਅਕਾਊਂਟੈਂਟ ਦੇ ਕੋਲੋਂ ਮੈਂ ਕਹਿੰਦਾ ਮੇਰੇ ਕੋਲ 2-3 ਐਗਜ਼ਾਮਪਲਾਂ ਹੈਗੀਆਂ। ਮੈਂ ਸੋਚੋ ਇੱਥੇ ਤਾਂ ਕਮ ਸੇ ਕਮ 100 ਅਕਾਊਂਟੈਂਟ ਹੈਗੇ ਨੇ, ਉਹਨਾਂ ਕੋਲ 200-300 ਐਗਜ਼ਾਮਪਲਾਂ ਬਣ ਜਾਂਦੀਆਂ ਜੀ। ਇਹ ਐਕਚੁਅਲੀ ਸੱਚ ਹੈ ਜੀ। That's true. ਕਈ ਲੋਕ ਮੇਰੇ ਕੋਲ ਕਈ ਵਾਰੀ ਆਉਂਦੇ ਆ, ਉਹ ਦੱਸਦੇ ਆ ਕਿ ਹਾਂਜੀ ਮੇਰੇ ਡੈਡ ਪ੍ਰੋਪਰਟੀ ਛੱਡ ਗਏ ਸੀ, ਉਹਨਾਂ ਦੀ ਡੈਥ ਹੋ ਗਈ ਸੀ 2014 ਦੇ ਵਿੱਚ, ਉਹ ਛੱਡ ਗਏ ਸੀ, ਮੈਨੂੰ ਹੁਣ ਪਤਾ ਚੱਲਿਆ। 2014, 2026, 12 ਸਾਲ ਤੇ ਪਤਾ ਹੀ ਨਹੀਂ ਸੀ ਮੇਰੇ ਕੋਲ ਪ੍ਰੋਪਰਟੀ ਵੀ ਮੇਰੇ ਕੋਲ ਸੀਗੀ ਜੀ। ਫॉर ਵਨ ਸਿੰਪਲ ਰੀਜ਼ਨ, ਆਪਾਂ ਕਿਤੇ ਲੌਗ ਨਹੀਂ ਕੀਤਾ, ਨੋਟ ਨਹੀਂ ਕੀਤਾ, ਗੱਲ ਨਹੀਂ ਕੀਤੀ ਜੀ। ਸਿੰਪਲ ਐਜ਼ that. ਸਹੀ ਗੱਲ ਹੈ। ਔਰ ਬਹੁਤ ਸਾਰੀਆਂ ਸਿਚੁਏਸ਼ਨਸ ਸ਼ਾਇਦ ਇੱਦਾਂ ਦੀਆਂ ਹੋ ਸਕਦੀਆਂ ਜਿਨ੍ਹਾਂ ਬਾਰੇ ਨਾ ਅਸੀਂ ਤਸੱਵੁਰ ਵੀ ਨਹੀਂ ਕਰਨਾ ਚਾਹੁੰਦੇ, ਸੋਚਣਾ ਵੀ ਨਹੀਂ ਚਾਹੁੰਦੇ ਹੁੰਦੇ, ਜਿਵੇਂ ਅਸੀਂ ਲਾਈਫ ਇਵੈਂਟਸ ਦੇ ਬਾਰੇ ਜ਼ਿਕਰ ਕੀਤਾ ਹੈ। ਬਟ ਲਾਈਫ ਹੈਪਨਸ, ਅਤੇ ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਥਿੰਗਸ ਡੋਂਟ ਵਰਕ ਆਊਟ, ਔਰ ਫਿਰ ਜਦੋਂ ਤੁਸੀਂ ਸੈਪਰੇਸ਼ਨ ਫਾਈਲ ਕਰਦੇ ਹੋ, ਕਈਆਂ ਨੂੰ ਤਾਂ ਉਸ ਵੇਲੇ ਇੱਕ ਵੱਖਰੀ ਰੈਵਲੇਸ਼ਨ ਹੁੰਦੀ ਆ ਕਿ ਅੱਛਾ ਇੱਦਾਂ ਵੀ ਮੇਰੇ ਨਾਲ ਹੋ ਗਿਆ, ਮੇਰੇ ਤੋਂ ਇੱਦਾਂ ਕਹਿ ਕੇ ਇੱਦਾਂ ਸਾਈਨ ਕਰਵਾ ਲਏ ਸੀ ਅਤੇ ਮੇਰਾ ਆਹ ਵਾਲਾ ਹਿੱਸਾ ਇਹਨਾਂ ਦੇ ਨਾਮ ਹੋ ਗਿਆ ਹੋਇਆ। ਤੁਸੀਂ ਇੰਨੇ ਟਾਈਮ ਤੋਂ ਅਕਾਊਂਟਸ ਦਾ ਕੰਮ ਕਰਦੇ ਹੋ, ਤੁਹਾਡੇ ਸਾਹਮਣੇ ਵੀ ਇੱਦਾਂ ਦੀਆਂ ਐਗਜ਼ਾਮਪਲਸ ਆਉਂਦੀਆਂ ਹੋਣਗੀਆਂ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਸੋ ਬੜੀਆਂ 2 ਕਾਮਨ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂਗਾ, ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ। ਪਹਿਲੀ ਐਗਜ਼ਾਮਪਲ ਆਉਂਦੀ ਹੈ ਕਿ ਜੇ ਡੈਥ ਦੀ ਤਾਂ ਗੱਲ ਕਰਦੇ ਹੈਗੇ ਆ, ਵਿਲ ਨਹੀਂ ਲਿਖੀ ਹੋਈ। ਜਦੋਂ ਵਿਲ ਨਹੀਂ ਲਿਖੀ ਹੋਈ, ਤੁਸੀਂ ਹੁਣ ਮੂਵੀਜ਼ ਬਹੁਤ ਦੇਖੀਆਂ ਹੋਈਆਂ, ਮੈਂ ਡਿਸਪਿਊਟਸ ਜਿਹੜੇ ਖੜੇ ਹੁੰਦੇ ਹੈਗੇ ਨੇ, ਦੇ ਹੈਪਨ ਆਲ ਦਾ ਟਾਈਮ ਜੀ। ਬੜਾ ਕਾਮਨ ਚੀਜ਼ ਹੈਗੀ ਹੈ ਕਿ ਵਿਲ ਲਿਖਣਾ ਭੁੱਲ ਗਏ ਆਪਾਂ, ਔਰ ਬਾਅਦ 'ਚੋਂ ਡਿਸਪਿਊਟ ਹੋਏ ਕਿ ਹਾਂਜੀ ਮੇਰਾ ਹਿੱਸਾ ਕਿੰਨਾ ਤੇ ਤੇਰਾ ਹਿੱਸਾ ਕਿੰਨਾ, ਤੇਰੇ ਕੋਲ ਕਿੰਨਾ ਜਾਏਗਾ, ਮੇਰੇ ਕੋਲ ਕੀ ਆਏਗਾ, ਮੇਰੇ ਕੋਲ ਤੇਰੀ ਪ੍ਰੋਪਰਟੀ, ਉਹ ਕਿਹੜੀ ਪ੍ਰੋਪਰਟੀ ਆ ਗਈ। ਸਭ ਤੋਂ ਵੱਡੀ ਕਾਮਨ ਜੀ। ਸੈਕਿੰਡ ਚੀਜ਼ ਜਿਹੜੀ ਆਉਂਦੀ ਹੈਗੀ ਹੈ, ਜਦੋਂ ਵੀ ਆਪਣਾ ਸੈਪਰੇਸ਼ਨ ਦੀ ਗੱਲ ਕਰਦੇ ਹਾਂ, ਡਿਵੋਰਸ ਦੀ ਗੱਲ ਕਰਦੇ ਹਾਂ, the most ugly thing as a financial people we see, simple as honest and stuff like that in ji, not only emotionally disturbing, financially disturbing as well in there। ਜਦੋਂ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਹੈਗੀਆਂ, ਮੈਂ ਕਿਤੇ ਸਾਈਨ ਕਰਾਤੇ ਤਾਂ ਮੇਰਾ ਕੁਛ ਨਹੀਂ ਸੀ, ਤਾਂ ਉਹਦਾ ਕੁਛ ਨਹੀਂ ਸੀ, ਕਿੰਨਾ ਡਿਵਾਈਡ ਹੋਇਆ ਨਾ। ਆਪਾਂ ਲੀਗਲ ਸਾਈਡ ਵੱਲ ਨਹੀਂ ਜਾਵਾਂਗੇ ਕਿ ਹਾਂਜੀ ਕਿਹਦਾ ਕਿੰਨਾ ਕਿੱਸਾ ਹੁੰਦਾ ਹੈਗਾ, ਮੈਂ ਦੈਟਸ ਫਾਈਨ, ਲੀਵ ਇਟ ਇਨ ਦੈਟ ਵਨ ਜੀ। ਲੇਕਿਨ ਜਿਹੜੀ ਇੰਪੋਰਟੈਂਟ ਗੱਲ ਇਹ ਆਉਂਦੀ ਹੈਗੀ ਹੈ, ਜਦੋਂ ਉਹ ਹੋ ਗਿਆ ਉਸ ਤੋਂ ਬਾਅਦ ਜਿਹੜਾ ਉਹਦਾ ਨੈਕਸਟ ਇਫੈਕਟ ਹੈਗਾ ਨਾ, ਉਹ ਸਮਝ ਆਉਂਦਾ ਹੈ ਕਿ ਹਾਂ ਬਈ ਮੇਰੇ ਕੋਲ $4,000 ਚਾਹੀਦਾ ਮੈਨੂੰ, ਜਾਂ $10,000 ਚਾਹੀਦਾ ਘਰ ਚਲਾਉਣ ਵਾਸਤੇ। ਮੈਂ ਆਪਣਾ ਬੱਚੇ ਘਰ ਸੰਭਾਲੇ ਜਾਂਦੇ ਪਏ ਸੀਗੇ, ਵਾਈਫ ਨੇ ਸੰਭਾਲਦੇ ਸੀਗੇ, ਰੱਬ ਨਾ ਕਰੇ ਵਾਈਫ ਨਹੀਂ ਰਹੀ, ਹੁਣ ਮੈਨੂੰ $3,000 ਦੀ ਡੇ ਕੇਅਰ ਪੇ ਕਰਨੀ ਪੈਣੀ ਹੈ, ਤਾਂ ਮੇਰੇ ਕੋਲ ਤਾਂ ਇੰਨੀ ਕਮਾਈ ਵੀ ਹੈ ਨਹੀਂ। ਗੱਲ ਹੀ ਕਦੀ ਨਹੀਂ ਤੀ ਜੀ ਆਪਾਂ। ਸੋ ਇਹ ਰੈਵੂਲੇਸ਼ਨਸ ਜਿਹੜੀਆਂ ਹੈ ਨਾ, ਬੜੀਆਂ ਆਉਂਦੀਆਂ ਮੈਂ ਇਵੈਂਟਸ ਹੋਣ ਤੋਂ ਬਾਅਦ, ਪਰ ਉਹਨਾਂ ਦੀ ਅਗਰ ਪਲੈਨਿੰਗ ਪਹਿਲਾਂ ਕਰ ਦਿੱਤੀ ਜਾਵੇ ਜੀ, ਫਿਰ ਅਫ ਕੋਰਸ ਮੈਂ ਉਹਨੂੰ ਤਾਂ ਚੇਂਜ ਨਹੀਂ ਕਰ ਸਕਦਾ ਕਿ ਜਿਹੜੀ ਡਿਸਟਰਬੈਂਸ ਹੈਗੀ ਇਮੋਸ਼ਨਲ ਹੈ, ਚਾਹੇ ਉਹ ਡਿਵੋਰਸ ਹੈ ਜਾਂ ਡੈਥ ਹੈਗੀ ਹੈ, ਲੇਕਿਨ ਸ਼ਾਇਦ ਉਹਦਾ ਪਾਰ ਹਲਕਾ ਹੋ ਜਾਏਗਾ ਕਿ ਹਾਂਜੀ ਮੈਨੂੰ ਪਹਿਲਾਂ ਪਤਾ ਹੈ, ਮੈਂ ਕੌਨਫੀਡੈਂਸ, ਵਾਪਸ ਆਪਣਾ ਕੌਨਫੀਡੈਂਸ 'ਤੇ ਵਰਡ ਆ ਜਾਂਦੇ ਆ ਕਿ ਮੇਰੇ ਕੋਲ ਕੌਨਫੀਡੈਂਸ ਹੈ ਕਿ ਹੁਣ ਮੈਂ ਆਪਣੇ ਡਿਸੀਜਨ ਲੈ ਸਕਦੀ ਹਾਂ ਜਾਂ ਲੈ ਸਕਦਾ ਹੈਗਾ। ਯੈਸ, ਔਰ ਕਈ ਵਾਰੀ ਸ਼ਾਇਦ ਇਸ ਤਰ੍ਹਾਂ ਦੀ ਕੰਪਲੀਕੇਸ਼ਨ ਦੇ ਕਰਕੇ ਵੀ ਉਹ ਟੌਕਸਿਸਿਟੀ ਉਸ ਰਿਲੇਸ਼ਨਸ਼ਿਪ ਦੇ ਵਿੱਚ ਚੱਲਦੀ ਰਹਿੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਵੀ ਕੈਨ ਟੇਕ ਥਿੰਗਸ ਇਨ ਆਰ ਕੰਟਰੋਲ, ਅਤੇ ਨਹੀਂ ਤਾਂ ਉਹ ਉਸੇ ਰਿਲੇਸ਼ਨਸ਼ਿਪ ਦੇ ਵਿੱਚ ਹੀ ਜਿੱਥੇ ਕਿ ਬਹੁਤ ਜ਼ਿਆਦਾ ਕੁੜੱਤਣ ਵੀ ਹੈ, ਇਮੋਸ਼ਨਲ ਡੈਮੇਜ ਵੀ ਹੈ, ਫਿਰ ਵੀ ਰਹੀ ਜਾਂਦੇ ਇਹ ਸੋਚ ਕੇ ਕਿ ਮੇਰੇ ਕੋਲ ਤਾਂ ਆਪੇ ਸੰਭਾਲਿਆ ਹੀ ਨਹੀਂ ਜਾਣਾ। ਵਾਪਸ ਆ ਗਏ ਆਪਾਂ ਕੌਨਫੀਡੈਂਸ ਵਰਡ 'ਤੇ ਜੀ, ਸੁਪਨਾ ਕੀਵਰਡ ਜਿਹੜਾ ਸੀਗਾ। ਔਰ ਸ਼ਾਇਦ ਰੱਬ ਨਾ ਕਰੇ ਕਿਸੇ ਦਾ ਹੋਵੇਗਾ ਨਾ, ਲੇਕਿਨ ਇੱਕ ਫਾਈਨੈਂਸ਼ੀਅਲ ਜਿਹੜਾ ਵਰਡ ਹੈ ਨਾ, ਉਹ ਵੀ ਇੱਕ ਟੌਕਸਿਟੀ ਕ੍ਰੀਏਟ ਕਰ ਦਿੰਦਾ ਹੈ। ਜਦੋਂ ਟਰਸਟ ਨਹੀਂ ਹੈਗਾ, ਜਾਂ ਇੱਕ ਬੰਦਾ ਫਰੂਗਲ ਹੈ ਜਿਹੜਾ ਸੰਭਾਲਦਾ ਪੈਸੇ, ਤੇ ਇੱਕ ਬੰਦਾ ਬੜਾ ਵੇਸਟ ਕਰਦਾ ਵੈ, ਉਹੀ ਇੱਕ ਟੌਪਿਕ ਬਣ ਜਾਂਦਾ ਵੈ ਜਿਹੜਾ ਅੱਗੇ ਜਾ ਕੇ ਬਹੁਤ ਵੱਡਾ ਬਣ ਜਾਂਦਾ, ਕੌਨਫਲਿਕਟ ਹੋ ਜਾਂਦਾ, ਉਹਦਾ ਕੌਨਫਲਿਕਟ ਆ ਜਾਂਦਾ। ਔਰ ਕੌਨਫਲਿਕਟ ਜਿਹੜਾ ਹੈ ਉਹ
ਸ਼ਾਇਦ ਅਗਰ ਉਹ ਉਹੀ ਚੀਜ਼ ਨੂੰ ਪਹਿਲਾਂ ਸੋਲਵ ਕਰ ਦਿੰਦਾ ਉਹ ਤਾਂ ਸ਼ਾਇਦ ਉਹ ਸਟੇਜ ਤੇ ਪਹੁੰਚਦੇ ਵੀ ਨਾ ਆਪਾਂ। ਸਹੀ ਹੈ। ਸੋ ਗੋਜ਼ ਬੈਕ ਟੂ ਦ ਸੇਮ ਵਰਡ ਜੀ, ਗੱਲ ਕਰੋ ਆਪਸ ਦੇ ਵਿੱਚ, ਕਮਿਊਨੀਕੇਟ। ਔਰ ਸ਼ਾਇਦ ਇਹ ਬੈਲੈਂਸ ਇੱਕ ਤਰੀਕਾ, ਇੱਕ ਬੈਲੈਂਸ ਬਣ ਸਕਦਾ ਵੈ ਜਿਹੜਾ ਸ਼ਾਇਦ ਹੋਰ ਬੜੀਆਂ ਪ੍ਰੋਬਲਮ ਸੋਲਵ ਕਰ ਸਕਦਾ। ਓਕੇ, ਸੋ ਹੁਣ ਆਪਾਂ ਇੱਕ ਅਗੇਨ ਫੈਮਿਲੀ ਸੈਟਅਪ ਦੀ ਗੱਲ ਕਰ ਰਹੇ ਹਾਂ। 2 ਪੀਪਲ ਸਪੈਸ਼ਲੀ ਹਸਬੈਂਡ ਵਾਈਫ ਅਰਨਿੰਗ। ਮਦਾਨ ਸਾਹਿਬ, ਕਿਵੇਂ ਤੁਸੀਂ ਵੇਖਦੇ ਹੋ ਕਿ ਇੱਕ ਹੈ ਕਮਾਈ ਕਰ ਲਈ ਖਰਚੇ ਹੋ ਗਏ, ਇੱਕ ਅਸੀਂ ਇਹ ਕਹਿੰਦੇ ਹੁੰਦੇ ਸੇਵਿੰਗ ਕਰ ਲਈਏ, ਤੇ ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰਸ ਕਹਿੰਦੇ ਆ ਯੂ ਸ਼ੁੱਡ ਨੋ ਸੇਵਿੰਗ ਕੱਲੀ ਨਹੀਂ, ਮੈਨੇਜ ਕਿਵੇਂ ਕਰਨਾ ਹੈ ਉਹਨੂੰ। ਇਹਨੂੰ ਸਮਝਾਓ ਸਾਨੂੰ। ਸੋ ਆਪਾਂ 2 ਵਰਡ ਤੇ ਚੱਲੀਏ। ਪਹਿਲਾਂ ਇੱਕ ਵਰਡ ਆ ਗਿਆ ਬਜਟ, ਠੀਕ ਹੈ, ਤੇ ਇੱਕ ਆ ਗਿਆ ਵਰਡ ਇਨਵੈਸਟਮੈਂਟ। ਠੀਕ ਹੈ ਜੀ। ਕਈ ਵਾਰੀ ਲੋਕ ਨਾ ਇਹਨਾਂ ਦੋਨਾਂ ਨੂੰ ਨਾ ਆਪਸ ਵਿੱਚ ਮਿਕਸ ਕਰ ਲੈਂਦੇ ਕਿ ਬਜਟਿੰਗ ਕਰੋ ਜੀ ਤਾਂ ਹੀ ਤੁਹਾਡੇ ਸੇਵਿੰਗਸ ਹੁੰਦੀਆਂ ਕਿਵੇਂ। ਬਜਟ ਹੈਗਾ ਵਾ ਕਿ ਇੱਕ ਨੰਬਰ ਨੂੰ ਟਾਰਗੇਟ ਕਰਨਾ ਵਾ। ਠੀਕ ਹੈ ਜੀ। ਮੇਰੇ ਘਰ ਦੀ ਗਰੋਸਰੀ ਜਿਹੜੀ ਹੈਗੀ ਹੈ ਜੀ $1000 ਮਹੀਨੇ ਦੀ ਹੋਣੀ ਚਾਹੀਦੀ ਹੈ। ਠੀਕ ਹੈ। ਅਸੀਂ ਉਹਨੂੰ 1000 ਨੂੰ ਟਾਰਗੇਟ ਕਰ ਰਹੇ ਹਾਂ ਕਿ ਹਾਂਜੀ 1000 ਦੇ ਵਿੱਚ ਹੀ ਰਹਿਣਾ ਆਪਾਂ। ਉਹਨੂੰ ਕਹਿੰਦੇ ਨੇ ਬਜਟ। ਕਿ ਹਾਂਜੀ ਇਸ ਮਹੀਨੇ ਦੇ ਵਿੱਚ $1110 ਹੋ ਗਿਆ, ਮੈਂ $10 ਉੱਪਰ ਚਲਾ ਗਿਆ, ਮੈਂ 1000 ਤੱਕ ਚੱਲ ਰਿਹਾ ਤਾਂ ਮੇਰਾ ਉਹ ਬਜਟ ਹੋ ਗਿਆ। ਠੀਕ ਹੈ। ਸੋ ਆਪਾਂ ਉਹਦੇ 'ਚ ਕੰਟਰੋਲ ਰਹਿਣਾ ਵਾ। ਉੱਥੇ ਵਰਡ ਆਉਂਦਾ ਵਾ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਾਂ ਫਾਲਤੂ ਨਹੀਂ ਖਰਚ ਨਹੀਂ ਕਰਨੇ। ਹਾਂਜੀ, ਜਿੰਨੇ ਦੀ ਗਰੋਸਰੀ ਦਾ ਲੋੜ ਹੈ ਉਨੇ ਕੁ ਲੈ ਕੇ ਆਓ, ਇਹ ਨਹੀਂ ਕਿ ਫਾਲਤੂ ਕਰੋ ਤਾਂ ਬਜਟ ਮੇਰਾ ਹਿਲ ਜਾਏਗਾ। ਸੋ ਪਹਿਲਾ ਜਿਹੜਾ ਇੱਕ ਤਰੀਕਾ ਤਾਂ ਉਹ ਹੈਗਾ ਵਾ। ਦੂਸਰਾ ਆਉਂਦਾ ਵੈ ਕਿ ਹਾਂਜੀ ਮੇਰੀ ਕਿੰਨੀ ਕਮਾਈ ਹੈ ਤਾਂ ਉਸ ਕਮਾਈ 'ਚੋਂ ਮੈਂ ਕਿੰਨਾ ਖਰਚਾ ਕਰਨਾ ਮੈਂ ਗਰੋਸਰੀ ਦਾ, ਕਿੰਨਾ ਮੈਂ ਖਰਚਾ ਕਰਨਾ ਮੈਂ ਮੌਰਗੇਜ ਦਾ, ਅਤੇ ਕਿੰਨਾ ਮੈਂ ਸੇਵ ਕਰਨਾ ਮੈਂ। ਬੜਾ ਇੱਕ ਜ਼ਬਾਨੀ ਜਿਹਾ ਫਾਰਮੂਲਾ ਬਣਿਆ ਹੋਇਆ ਹੈ ਕਿ 100% ਅਗਰ $100 ਆਉਂਦੇ ਨੇ, $70 ਖਰਚੇ ਦੇ, $20 ਆਪਣੀਆਂ ਹੋਈਆਂ ਸੇਵਿੰਗਸ ਦੇ, ਅਤੇ $10 ਜਿਹੜੇ ਹੈਗੇ ਨੇ ਫਿਊਚਰ ਇਨਵੈਸਟਮੈਂਟ ਵਾਸਤੇ, ਆਪਣਾ ਗਰੋਥ ਵਾਸਤੇ ਜਾਂ ਕੁਛ ਰੱਖਣਾ ਹੈਗਾ ਨਾ ਕਰਨਾ ਹੈਗਾ। ਸੋ ਅਗਰ ਤੁਸੀਂ $100 ਕਮਾਉਂਦੇ ਹੋ ਤਾਂ 100 ਖਰਚ ਕਰਦੇ ਹੋ ਤਾਂ ਉਹਦੇ ਵਿੱਚ ਤਾਂ ਕੁਝ ਬਚਿਆ ਨਹੀਂ ਤੁਹਾਡਾ। ਸ਼ਾਇਦ ਕਈ ਵਾਰੀ ਈਵਨ ਹੋਰ ਬੜੀ ਪ੍ਰੋਬਲਮ ਹੈ ਇਸ ਕੰਟਰੀ ਦੀ ਪ੍ਰੋਬਲਮ ਹੈਗੀ, ਸਾਡੇ ਕੋਲ ਕ੍ਰੈਡਿਟ ਕਾਰਡਸ ਹੈਗੇ ਨੇ ਜਿਹੜੇ ਮਾਈਨਸ ਵੀ ਜਾਣ ਦਿੰਦੇ ਨੇ। ਸੋ 100 ਦੇ ਬਜਾਏ 110 ਵੀ ਖਰਚ ਕਰਨ ਦਿੰਦੇ ਹੈਗੇ, ਤੇ ਬਾਅਦ 'ਚ ਆਪਾਂ ਉਹਨੂੰ ਕੈਚ ਅਪ ਕਰਦੇ ਰਹਿੰਦੇ ਹੈਗੇ। ਰਾਈਟ। ਸੋ ਆਪਣਾ ਜਿਹੜਾ ਟਾਰਗੇਟ ਹੈਗਾ ਵੈ ਉਹ ਹੈਗਾ ਵੈ ਕਿ ਸੇਵਿੰਗਸ ਤਾਂ ਕਰ ਲਈਆਂ, ਹੁਣ 100 ਦੇ ਵਿੱਚੋਂ ਮੈਂ $20 ਬਚਾ ਲਏ ਆਪਣੇ। ਹਾਂਜੀ, ਮੈਂ ਸੁਰੇਸ਼ ਦੀ ਕਹਾਣੀ ਸੁਣੀ ਸੀ ਕਿ ਬਚਾਣੇ ਆਈ $70 ਤੋਂ ਉੱਪਰ ਖਰਚਾ ਨਹੀਂ ਕਰਨਾ, $20 ਬਚਾ ਲਏ ਜੀ। ਦੋਨਾਂ ਨੇ ਸੁਣ ਲਈ ਗੱਲ, ਬਚਾ ਲਈ। ਹੁਣ 20 ਨੂੰ 22 ਕਿੱਦਾਂ ਕਰਨਾ ਹੈ, 22 ਨੂੰ 25 ਕਿੱਦਾਂ ਕਰਨਾ ਹੈ, ਉਹ ਵਰਡ ਹੈਗਾ ਜੀ ਗਰੋਥ ਕਿੱਦਾਂ ਕਰਨੀ ਹੈਗੀ। ਕਿਉਂਕਿ ਸਭ ਸਮਝਦੇ ਨੇ ਜਿਹੜੀ ਤੇਰਾ ਅੱਜ ਚੀਜ਼ ਦਾ ਪੈਕੇਟ $10 ਦਾ ਆਉਂਦਾ ਹੈਗਾ ਵੈ, ਉਹ ਕੱਲ ਨੂੰ 11 ਦਾ ਹੋ ਜਾਂਦਾ। ਇਨਫਲੇਸ਼ਨ ਪਿਕਸ ਅਪ ਜੀ। ਸੋ ਇਹ $10 ਬਚਾ ਲਏ ਕਿ ਕੱਲ ਨੂੰ ਮੈਂ ਉਹ ਚੀਜ਼ ਖਰੀਦਾਂਗਾ, ਪਰ ਉਹ ਕੱਲ ਨੂੰ $11 ਦੀ ਆਉਂਦੀ ਹੈ। ਉਹ ਇਸ ਲਈ ਮੈਨੂੰ ਡਾਲਰ ਹੋਏ ਤਾਂ ਬਣਾਉਣਾ ਪੈਣਾ ਵੈ ਤਾਂ ਕਿ ਮੈਂ 11 ਦੀ ਅਫੋਰਡ ਕਰ ਸਕਾਂ ਉਸ ਚੀਜ਼ ਨੂੰ। ਸੋ ਗਰੋਥ ਆਪਾਂ ਉਹਦੇ ਕਰਨਾ ਜੀ। ਪ੍ਰੋਗਰਾਮ ਦੇ ਵਿੱਚ ਬਹੁਤ ਹੀ ਇੰਟਰਸਟਿੰਗ ਗੱਲਾਂ ਬਾਤਾਂ, ਤੇ ਕਈ ਵਾਰ ਅਸੀਂ ਜਿਨ੍ਹਾਂ ਗੱਲਾਂ ਦਾ ਖਿਆਲ ਨਹੀਂ ਰੱਖਦੇ ਉਹੀ ਸਾਡੇ ਤੇ ਭਾਰੂ ਪੈ ਸਕਦੀਆਂ ਨੇ, ਬਿਕੋਜ਼ ਆਰਥਿਕ ਮੁੱਦੇ ਨੇ, ਬਸ ਪੈਸਿਆਂ ਦੀ ਗੱਲ ਹੁੰਦੀ ਹੈ। ਤੇ ਫਿਰ ਜੇਕਰ ਸਾਂਭ ਸੰਭਾਲ ਸਾਨੂੰ ਨਹੀਂ ਕਰਨੀ ਆਉਂਦੀ, ਸਿਰਫ ਇਹ ਕਿ ਹਾਂਜੀ ਬੈਂਕ 'ਚ ਪਏ ਹੋਏ ਆ, ਹਾਂਜੀ ਕ੍ਰੈਡਿਟ ਕਾਰਡ ਤੋਂ ਚੱਕ ਲਈਦਾ ਤੇ ਉਹਨੂੰ ਅਸੀਂ ਭਰਨ ਦਿੰਦੇ ਆ ਕਾਰਡ ਨੂੰ, ਜਾਂ ਫਿਰ ਟਾਈਮਲੀ ਪੇ ਆਫ ਕਰ ਦਿੰਦੇ ਆ। ਕਈ ਵਾਰੀ ਹੋਰ ਸਾਨੂੰ ਬੈਂਕ ਫੈਸਿਲਿਟੀਜ਼ ਦੇ ਦਿੰਦੀਆਂ, ਵਾਰ-ਵਾਰ ਤੁਹਾਨੂੰ ਮੈਸੇਜ ਆਉਂਦੇ ਰਹਿਣਗੇ ਜੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਤੁਸੀਂ ਇੰਨੀ ਚੱਕ ਸਕਦੇ ਹੋ, ਪਰਸੈਂਟੇਜ ਘੱਟ ਲੱਗੇਗੀ। ਤੇ ਇਹ ਜਿਹੜਾ ਨਾ ਕਿਤੇ ਆਈ ਥਿੰਕ ਦੇ ਹੈਵ ਗॉट देयर ਮਾਰਕੀਟਿੰਗ ਸਟ੍ਰੈਟਜੀਜ਼ ਮਦਾਨ ਸਾਹਿਬ, ਤੇ ਅਸੀਂ ਸੋਚਦੇ ਹਾਂ ਲੈ ਬਈ ਮੈਨੂੰ ਪੈਸੇ ਦੇ ਰਹੇ ਆ। ਬਿਲਕੁਲ ਜੀ। ਆਈ ਥਿੰਕ ਜਿਹੜਾ ਮੈਂ ਸਟਾਰਟਿੰਗ 'ਤੇ ਗੱਲ ਕਰਦਾ ਨਾ, ਪਹਿਲਾਂ ਤਾਂ ਜਦੋਂ ਅਸੀਂ ਆਏ ਨਾ ਕੈਨੇਡਾ ਦੇ ਵਿੱਚ ਨਾ, ਅਤੇ ਪਹਿਲੇ ਸਾਲ ਦੇ ਵਿੱਚ ਤਾਂ ਨਾ ਖਾਲੀ ਇਹੀ ਲਾਲੇ ਸੀਗੇ ਕਿ ਪੈਸਾ ਕਮਾਇਆ ਜਾਵੇ ਅਤੇ ਘਰ ਚਲਾਇਆ ਜਾਵੇ। ਸੇਵਿੰਗਸ ਤਾਂ ਬਹੁਤ ਦੂਰ ਦੀ ਗੱਲ ਸੀਗੀ। ਠੀਕ ਹੈ। ਰਾਈਟ। ਸੋ ਅਸੀਂ ਪਹਿਲਾਂ ਤਾਂ ਉਹ ਡਿਪੈਂਡ ਕਰਦਾ ਤੁਹਾਡਾ ਕਿੱਦਾਂ ਲਾਈਫ ਸਟਾਈਲ ਸੀਗਾ, ਜਾਂ ਤੁਸੀਂ ਕਿਸ ਤਰ੍ਹਾਂ ਸੀਗੇ। 1 ਸਾਲ 2 ਸਾਲ 3 ਸਾਲ ਤਾਂ ਉਹ 'ਚ ਨਿਕਲ ਜਾਂਦੇ ਹੈਗੇ ਨੇ। ਫਿਰ ਆਪਾਂ ਘਰ ਲੈ ਲਿਆ, ਉਹ ਘਰ ਦੀ ਮੌਰਗੇਜ ਜੀ ਐਡੀ ਵੱਡੀ ਪੇਮੈਂਟ ਹੈਗੀ ਕਿ ਉਹੀ ਸਭ ਕੁਝ ਖਾ ਜਾਂਦੀ ਹੈਗੀ ਹੈ। 50% ਤੋਂ ਉੱਪਰ ਪੈਸੇ ਤਾਂ ਉਹ 'ਚ ਚਲੇ ਜਾਂਦੇ ਹੈਗੇ ਆ ਜੀ। ਸੋ ਸੇਵਿੰਗਸ ਦੀ ਤਾਂ ਗੱਲ ਹੀ ਨਹੀਂ ਆਉਂਦੀ ਜੀ। ਰਾਈਟ। ਫਿਰ ਉਸ ਤੋਂ ਬਾਅਦ ਆਉਂਦਾ ਜਦੋਂ ਹੁਣ ਇੱਕ ਵਾਰੀ ਆਪਣਾ ਸੈਟਲ ਹੋ ਗਏ, ਸਾਹ ਆ ਗਿਆ ਕਿ ਹਾਂਜੀ ਇੱਕ ਫਿਕਸਡ ਇਨਕਮ ਆਉਣੀ ਘਰ 'ਚ ਸ਼ੁਰੂ ਹੋ ਗਈ ਹੈ। ਆਪਣੇ ਖਰਚੇ ਵੀ ਸਾਨੂੰ ਪਤਾ ਚੱਲ ਗਏ ਵੇ ਕਿ ਹਾਂਜੀ ਖਰਚੇ ਵੀ ਪਤਾ ਹੈ, ਮੌਰਗੇਜ ਇੰਨੀ ਹੈ, ਆਪਣਾ ਗਰੋਸਰੀ ਇੰਨੀ ਹੈ। ਫਿਰ ਸਾਨੂੰ ਪੈਸੇ ਨਜ਼ਰ ਆਉਣੇ ਚਾਹੀਏ ਕਿ ਹਾਂ ਵੀ ਬੈਂਕ ਦਾ ਬੈਲੈਂਸ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋ ਗਿਆ ਹੈ। ਨਾ ਹੁਣ ਟਾਈਮ ਆਉਂਦਾ ਵੈ ਕਿ ਤੁਸੀਂ ਕਿਹੜੇ ਪਾਸੇ ਸੋਚਦੇ ਹੋ ਕਿ ਹਾਂ ਵੀ ਜੇ ਹੁਣ ਬੈਂਕ ਬੈਲੈਂਸ ਬਣ ਗਿਆ ਕਿ ਮੈਂ ਸੋਨੇ ਦੀ ਵੰਗ ਲੈ ਕੇ ਆਵਾਂ, BMW ਦੀ ਕਾਰ ਲੈ ਕੇ ਆਵਾਂ, ਮੈਕਸੀਕੋ ਦੀ ਵੇਕੇਸ਼ਨ ਕਰਕੇ ਆਵਾਂ, ਜਾਂ ਫਿਰ ਮੈਂ ਉਹਨੂੰ ਆਪਣਾ
ਪਲਾਨ ਕਰਾਂ ਫॉर द ਫਿਊਚਰ ਗਰੋਥ। ਮੈਂ ਨਹੀਂ ਕਹਿੰਦਾ ਕਿ ਕੋਈ ਵੀ ਚੀਜ਼ ਗਲਤ ਹੈ, ਇਹ ਸਾਰੀਆਂ ਚੀਜ਼ਾਂ ਵਿੱਚ ਪਲਾਨ ਕਰਨੀਆਂ ਹੈਗੀਆਂ ਮੈਂ, ਲੇਕਿਨ ਉਹਨੂੰ ਪਲਾਨ ਕਰਨੀ ਆ ਮੈਂ, ਰਾਈਟ। ਕਿ ਮੈਂ ਸਾਲ 'ਚ 1 ਵੈਕੇਸ਼ਨ ਕਰਨੀ ਹੈ, 4 ਵੈਕੇਸ਼ਨ ਕਰਨੀ ਹੈ। ਮੈਂ BMW ਅੱਜ ਲੈਣੀ ਹੈ ਜਾਂ ਮੇਰਾ ਟਾਰਗੇਟ ਹੈਗਾ ਕਿ 4 ਸਾਲ 'ਚ ਲੈਣੀ ਹੈਗੀ ਹੈ। ਠੀਕ ਹੈ। ਸੋ ਇਹ ਆਪਣਾ ਹੁਣ ਇਹ ਪਲੈਨਿੰਗ ਵੱਲ ਚੱਲਾਂਗੇ, ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਚੱਲਾਂਗੇ ਉਸ ਪਾਸੇ ਨੂੰ ਨਾ, ਕਿ ਆਪਾਂ ਹੁਣ ਸਮਝ ਗਏ ਸੇਵਿੰਗਸ ਕਰਨੀ ਹੈ, ਹੁਣ ਇਹਨੂੰ ਕਿੱਦਾਂ ਪੈਸੇ ਮੈਨੇਜ ਕਰੀਏ। ਸੇਵਿੰਗਸ ਜਿਹੜੀਆਂ ਅਸੀਂ ਇੱਥੇ ਕਰਦੇ ਹਾਂ ਉਹ ਵੱਖਰੇ ਤਰੀਕੇ ਨਾਲ ਆ, ਬੈਕ ਹੋਮ ਕੰਟਰੀ ਦਾ ਇੰਟੈਂਸ਼ਨ ਸੇਵਿੰਗ ਕਰਨ ਦਾ ਵੱਖਰਾ ਹੁੰਦਾ ਸੀਗਾ। ਇੱਥੇ ਸੇਵਿੰਗ ਗਰੋਥ ਵਾਲੇ ਪਾਸੇ ਵੀ ਜਾਵੇ, ਅਸੀਂ ਇਸ ਗੱਲ ਦਾ ਵੀ ਧਿਆਨ ਰੱਖਦੇ ਹਾਂ। ਬਿਲਕੁਲ ਜ਼ਰੂਰੀ ਹੈ ਜੀ। ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਿਆ ਨਾ, ਇਨਫਲੇਸ਼ਨ, ਜਿਹੜੇ ਆਪਾਂ ਇੱਕ ਵਰਡ ਨੂੰ ਸਮਝੀਏ ਨਾ, ਇਨਫਲੇਸ਼ਨ ਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼ ਅੱਜ $10 ਦੀ ਹੈਗੀ ਹੈ ਉਹ ਕੱਲ ਨੂੰ $11 ਦੀ ਹੋ ਜਾਣੀ ਹੈ, ਡਾਲਰ ਦੀ ਚੀਜ਼ ਵੱਧ ਜਾਣੀ ਹੈ। ਔਰ ਇਹ ਸੱਚ ਹੈ, ਚਾਹੇ ਉਹ ਆਪਣਾ ਘਰਾਂ ਦੀ ਗੱਲ ਕਰੀਏ, ਚਾਹੇ ਤੁਸੀਂ ਗਰੋਸਰੀ ਦੀ ਗੱਲ ਕਰੋ, ਚਾਹੇ ਤੁਸੀਂ ਕਿਸੇ ਹੋਰ ਲਾਈਫ ਸਟਾਈਲ ਦੀ ਕਰੋ। ਗੈਸ ਦੇ ਪ੍ਰਾਈਸ ਹੀ ਦੇਖ ਲਵੋ ਬਾਹਰ ਕਿੰਨੇ ਹੈਗੇ ਨੇ। ਅਗਰ ਤੁਸੀਂ ਉਹਨੂੰ ਕਹੋ ਕਿ ਕੱਲ $1.40 ਸੀਗਾ, 1.75 ਹੈ, ਉਹ ਇਨਫਲੇਸ਼ਨ ਹੈ, ਉਹਨੂੰ ਪ੍ਰਾਈਸ ਨੂੰ ਵਧਾ ਦਿੰਦਾ। ਮੈਂ ਜਦੋਂ ਆਇਆ ਸੀ 41 ਸੈਂਟ ਸੀ ਗੈਸ ਤੇ ਜੀ। ਪਤਾ ਨਹੀਂ ਲੱਗਦਾ ਤੁਸੀਂ ਪਤਾ ਨਹੀਂ ਕਿਹੜੇ ਜ਼ਮਾਨੇ ਦੇ ਦੀ ਗੱਲਾਂ ਕਰਦੇ ਹੁੰਦਾ ਹੀ ਨਹੀਂ ਹੈਗਾ ਜੀ। ਸੋ ਲੇਕਿਨ ਇਨਫਲੇਸ਼ਨ ਜਿਹੜਾ ਹੈਗਾ ਵੈ, ਹੁਣ ਕਿਤੇ ਵੀ $1.25 ਤੋਂ ਘੱਟ ਪ੍ਰਾਈਸ ਨਹੀਂ ਗਿਆ, ਉਹ ਇਨਫਲੇਸ਼ਨ ਨੇ ਪਿਕ ਕਰ ਲਿਆ। ਉਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜਾ ਪੈਸਾ ਕਮਾਉਂਦੇ ਆ ਨਾ, ਉਹਦੀ ਵੈਲਿਊ ਘੱਟ ਗਈ ਹੈ। ਹਾਂ, ਤੁਸੀਂ ਡੈਡ ਨੂੰ ਗੱਲ ਕਰਦੇ ਸੀ ਕਿ ਉਹ ਕਹਿੰਦੇ ਆਨੇ ਵਿੱਚ ਆਪਾਂ ਆਨਾ ਕੁਛ ਘਿਓ ਲੈ ਆਉਂਦੇ ਹੁੰਦੇ ਸੀ ਆਨੇ ਵਿੱਚ ਹੀ। ਹੁਣ ਆਨਾ ਤਾਂ ਆਪਣਾ ਇਹ ਪੈਸੇ ਤੋਂ ਵੀ ਘੱਟ ਹੁੰਦਾ ਹੈਗਾ ਵਾ, ਤੇ ਅੱਜ ਕਹਿੰਦੇ ਹੋ ਜੀ ਕਿ $100 ਤੋਂ ਘੱਟ, ਡਾਲਰ ਤੋਂ ਘੱਟ ਘਿਓ ਨਹੀਂ ਆਉਂਦਾ ਹੈਗਾ। ਸੋ ਇਨਫਲੇਸ਼ਨ ਪਿਕ। ਸੋ ਬੜੀ ਜ਼ਰੂਰੀ ਗੱਲ ਹੈ ਕਿ ਜੋ ਤੁਸੀਂ ਪੈਸਾ ਸੇਵ ਕਰਦੇ ਹੋ, ਅੱਜ ਸਪੋਜ਼ ਤੁਸੀਂ $1000 ਸੇਵ ਕਰਦੇ ਹੋ, ਉਹਨੂੰ ਗਰੋ ਕਰਨਾ ਵੈ ਕਿ ਕੱਲ੍ਹ ਨੂੰ ਉਹ $1000 1500 ਹੋ ਜਾਵੇ, ਤਾਂ ਕਿ ਕੱਲ ਨੂੰ ਮੈਂ ਉਹ 1500 ਦੀ ਚੀਜ਼ ਜਿਹੜੀ ਅੱਜ 1000 ਦੀ ਅਫੋਰਡ ਕਰਦਾ, ਮੈਂ 1500 ਦੀ ਅਫੋਰਡ ਕਰ ਸਕਾਂ। ਸੋ ਉਹ ਗਰੋਥ ਜਿਹੜੀ ਹੈਗੀ ਹੈ ਉਹ ਬੜੀ ਜ਼ਰੂਰੀ ਹੈ ਇਸ ਚੀਜ਼ ਨੂੰ ਕਰਨਾ। ਤੇ ਟੂਲਸ ਕੀ ਨੇ ਗਰੋਥ ਦੇ? ਪੈਸਾ ਕਿੱਥੇ ਲਾਈਏ ਜਿਹਦੇ ਨਾਲ ਉਹ ਗਰੋ ਵੀ ਕਰਦਾ ਰਹੇ ਤੇ ਸਾਨੂੰ ਇਹ ਵੀ ਤਸੱਲੀ ਹੋਵੇ ਕਿ ਹਾਂ ਭਾਈ ਕੁਛ ਬਚ ਰਿਹਾ ਹੈ? ਬਹੁਤ ਵਧੀਆ ਕੁਐਸਚਨ ਜੀ, ਬਿਲਕੁਲ। ਸੋ ਬੇਸਿਕ ਟੂਲ ਆਪਾਂ ਜਦੋਂ ਕਹਿੰਦੇ ਹਾਂ, ਪਹਿਲਾਂ ਤਾਂ ਸੇਵਿੰਗਸ ਕਰੀਏ ਆਪਾਂ, ਠੀਕ ਹੈ। ਚੈਕਿੰਗ ਅਕਾਊਂਟ ਜਿਹੜਾ ਹੈਗਾ ਵਿੱਚ ਤੁਹਾਨੂੰ ਕੋਈ ਇੰਟਰਸਟ ਨਹੀਂ ਮਿਲਦਾ, ਉਹਦੇ ਵਿੱਚ ਸਿੰਪਲ 0.01% ਇੰਟਰਸਟ ਹੈ। ਸੇਵਿੰਗਸ ਅਕਾਊਂਟ ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਇੰਟਰਸਟ ਮਿਲੇਗਾ, ਸੋ ਦਾ ਮਤਲਬ ਚਾਹੇ ਉਹ ਸ਼ਾਇਦ 1% ਜਾਂ 2% ਹੋਏਗਾ। GICs ਫਿਕਸਡ ਡਿਪੋਜ਼ਿਟਸ, ਤੁਸੀਂ ਅੱਜ ਪੈਸਾ ਪਾ ਦਿੰਦੇ ਹੋ, ਤੁਸੀਂ ਅਗਲੇ 2-3 ਸਾਲਾਂ ਨੂੰ ਕਢਾਉਣਾ ਨਹੀਂ ਹੈ, ਉਹਦੀਆਂ ਰੇਟ ਆਫ ਇੰਟਰਸਟ ਜ਼ਿਆਦਾ 3%, 4% ਹੋ ਸਕਦੀਆਂ ਹੈਗੀਆਂ ਮੈਂ। ਫਿਰ ਹੋਰ ਚੀਜ਼ਾਂ ਆਉਂਦੀਆਂ ਮੈਂ, ਰੀਅਲ estate। ਅਗਰ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਰਿਸਕ ਲੈ ਸਕਦੇ ਹੈਗੇ ਹੋ, ਸ਼ਾਇਦ ਤੁਸੀਂ ਸੈਕਿੰਡ ਪ੍ਰੋਪਰਟੀ ਬਣਾ ਲੈਂਦੇ ਹੋ, ਆਪਣਾ ਘਰ ਹੈ ਨਾਲ ਰੈਂਟਲ ਪ੍ਰੋਪਰਟੀ ਬਣਾ ਲਈਏ, ਉਹ ਰੈਂਟਲ ਪ੍ਰੋਪਰਟੀ ਤੁਹਾਨੂੰ ਰੈਂਟ ਆ ਰਿਹਾ ਵਾ ਤੇ ਘਰ ਫ੍ਰੀ ਹੋ ਰਿਹਾ ਵਾ, ਤੁਹਾਡੀ ਗਰੋਥ ਹੋ ਰਹੀ ਹੈ। ਤੁਸੀਂ ਆਪਣਾ ਮਿਊਚੁਅਲ ਫੰਡ ਜਾਂ ਸਟਾਕਸ ਦੇ ਵਿੱਚ ਇਨਵੈਸਟ ਕਰਦੇ ਹੋ, ਥੋੜੀ ਰਿਟਰਨ ਜ਼ਿਆਦਾ ਵੈ, ਪਰ ਉਹਦੇ ਨਾਲ ਰਿਸਕ ਵੀ ਹੈਗਾ ਵੈ ਦੋਨੋਂ। ਸੋ ਉਹ ਚੀਜ਼ ਨੂੰ ਸਮਝਣੀ ਚਾਹੀਦੀ ਹੈਗੀ ਹੈ। ਸੋ ਇਹ ਤਾਂ ਟੂਲ ਹੋ ਗਏ ਜੀ ਇਨਵੈਸਟਮੈਂਟ ਦੇ, ਕਿ ਪੈਸਾ ਬਣਾਉਣਾ ਕਿਸ ਤਰ੍ਹਾਂ ਹੈਗਾ ਵੈ। ਇਸ ਤੋਂ ਇਲਾਵਾ ਜਿਹੜੇ ਸਰਕਾਰ ਨੇ ਤੁਹਾਨੂੰ ਦਿੱਤੇ ਹੈਗੇ ਨੇ ਟੂਲਸ, ਥੋੜ੍ਹੇ ਉਹਦਾ ਵੱਲ ਧਿਆਨ ਦਿਓ, ਜਿਹੜਾ ਤੁਸੀਂ ਆਮ ਬੰਦਾ ਨਹੀਂ ਧਿਆਨ ਦੇ ਰਿਹਾ। ਟੈਕਸ ਫ੍ਰੀ ਸੇਵਿੰਗਸ ਅਕਾਊਂਟ, ਆਪਾਂ TFSA ਨੂੰ ਗੱਲ ਕਰਦੇ ਹਾਂ। ਸੇਮ ਜਿਹੜਾ ਇੰਟਰਸਟ, ਸਪੋਜ਼ $10,000 ਤੁਸੀਂ ਪਾਇਆ ਬੈਂਕ ਦੇ ਵਿੱਚ ਤੇ $300 ਆਇਆ ਵੈ, ਅਗਰ ਤੁਸੀਂ $300 ਜਿਹੜਾ ਕਮਾਇਆ ਵਾ 3%, ਉਹਨੂੰ ਤੁਸੀਂ ਸਿੰਪਲ ਅਕਾਊਂਟ 'ਚ ਰੱਖਦੇ ਹੋ ਤਾਂ 300 ਨਹੀਂ ਹੈਗਾ, ਉਹ ਐਕਚੁਅਲੀ $225 ਹੈ, ਕਿਉਂਕਿ $75 ਤੇ ਟੈਕਸ ਪੈਣਾ ਹੈਗਾ ਵਾ ਕਮ ਸੇ ਕਮ ਵੀ। ਤੁਹਾਡੀ ਇਨਕਮ ਜ਼ਿਆਦਾ ਤਾਂ $100 ਵੀ ਪੈ ਜਾਏਗਾ। ਉਹਨੂੰ ਤੁਸੀਂ ਅਗਰ ਟੈਕਸ ਫ੍ਰੀ ਸੇਵਿੰਗਸ ਅਕਾਊਂਟ 'ਚ ਪੈਂਦੇ ਹੋ, 300 ਹੀ ਰਹਿੰਦਾ ਹੈਗਾ ਵੈ, ਗਰੋਥ ਹੋ ਗਈ ਤੁਹਾਡੀ। ਠੀਕ ਹੈ ਜੀ। RRSP, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ, ਅਗਰ ਸਪੋਜ਼ ਤੁਸੀਂ $100 ਉਹਦੇ ਵਿੱਚ ਪਾਉਂਦੇ ਹੋ, ਤੁਹਾਨੂੰ $25 ਦੇ 'ਤੇ ਟੈਕਸ ਬਚਦਾ ਵੈ, ਤੁਹਾਨੂੰ 25 ਉਹ ਵੀ ਬਚੇ, ਪਲੱਸ ਜਦੋਂ ਇਹਦੇ ਇੰਟਰਸਟ ਆ ਰਿਹਾ ਉਹ ਵੀ ਤੁਹਾਨੂੰ ਬਚੇ। ਯੈਸ ਆਈ ਨੋ ਕਿ ਫਿਊਚਰ ਦੇ ਵਿੱਚ ਹੁਣ ਟੈਕਸੇਸ਼ਨ ਹੈਗੀ ਹੈ, ਪਰ ਉਹ ਡਿਫਰੈਂਟ ਟੌਪਿਕ ਹੈ। ਆਪਾਂ ਨਾ RRSP ਯੂਜ਼ ਕਰੋ। ਬੱਚਿਆਂ ਦੀ ਪੜ੍ਹਾਈ, RESP, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਤੁਸੀਂ ਹਾਲੇ ਵੀ ਮੰਨੋਗੇ ਸ਼ਾਇਦ ਉਹਦੀ 50% ਵੀ ਨਹੀਂ ਹੈਗਾ ਜਿਹੜੇ ਲੋਕ ਯੂਜ਼ ਕਰਦੇ ਪਏ ਨੇ। ਸਰਕਾਰ ਤੁਹਾਨੂੰ ਅਗਰ $2500 ਪਾਉਂਦੇ ਪਏ ਹੋ, ਤੁਹਾਨੂੰ $500 ਸਰਕਾਰ ਦੇ ਰਹੀ ਹੈ ਵਾਪਸ, 20% ਦੇ ਰਹੀ ਹੈ। ਯੂਜ਼ ਕਰੋ ਜੀ ਉਹਨੂੰ, ਉਹਦਾ ਇੱਕ ਟੂਲ ਹੈਗਾ RESP ਕਰੋ, ਠੀਕ ਹੈ। ਰੈਸਟ ਇਜ਼ ਆਫ ਕੋਰਸ ਮੈਨੀ ਅਦਰ, ਆਪਣੇ ਫਾਈਨੈਂਸ਼ੀਅਲ ਪਲੈਨਰ ਦੇ ਨਾਲ ਗੱਲ ਕਰੋ, ਇੱਕ ਪ੍ਰੋਫੈਸ਼ਨਲ ਨਾਲ ਗੱਲ ਕਰੋ ਕਿ ਹਾਂਜੀ ਮੈਂ ਇਹ ਪੈਸੇ ਨੂੰ ਕਿੱਦਾਂ ਉੱਪਰ ਵਧਾ ਸਕਦੇ ਹਾਂ। ਹੋਰ ਬਹੁਤ ਸਾਰੇ ਟੂਲਸ ਹੈਗੇ ਜੀ। That's awesome. I hope it helps. And ਆਪਣੀ ਜੇਬ ਦੇ ਮੁਤਾਬਿਕ, ਆਪਣੇ ਬਜਟ ਐਂਡ ਅਕਾਊਂਟ ਦੇ ਮੁਤਾਬਿਕ ਤੁਸੀਂ ਪਲਾਨ ਕਰ ਸਕਦੇ ਹੋ। ਐਂਡ ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਜਾਂ ਜਿਹੜੇ ਤੁਸੀਂ ਤੁਹਾਡੇ ਫਾਈਨੈਂਸਿਸ ਜਾਂ ਅਕਾਊਂਟਸ ਦਾ ਖਿਆਲ ਰੱਖਦੇ ਹੋ, ਉਹਨਾਂ ਨਾਲ ਗੱਲਬਾਤ ਕਰਕੇ ਆਈ ਥਿੰਕ ਸਲਾਹ ਲੈ ਕੇ ਵੀ ਚੱਲਿਆ ਜਾ ਸਕਦਾ ਹੈ। ਸੁਰੇਸ਼ ਜੀ, ਬੱਚਿਆਂ ਨੂੰ ਸਮਝਾਉਣਾ ਤੇ ਉਹਨਾਂ ਨੂੰ ਪਤਾ ਹੋਵੇ, ਫਾਈਨੈਂਸ਼ੀਅਲ ਲਿਟਰੇਸੀ ਹੋਵੇ, ਬੜਾ ਇੰਪੋਰਟੈਂਟ ਹੈ।
ਬਿਲਕੁਲ ਜੀ, ਬਹੁਤ ਜ਼ਰੂਰੀ ਹੈਗਾ ਵੈ। ਸ਼ਾਇਦ ਅਗਰ ਅਸੀਂ ਆਪਾਂ ਆਪਣੀ ਫਸਟ ਜਨਰੇਸ਼ਨ ਦੀ ਗੱਲ ਕਰਦੇ ਹਾਂ ਤੇ ਸ਼ਾਇਦ ਸਾਨੂੰ ਜਦੋਂ ਆਪਾਂ ਇੰਡੀਆ ਵਿੱਚ ਸੀਗੇ ਉਹ এনवायरमेंट ਹੀ ਸਾਡੇ ਆਸ-ਪਾਸ ਇਸ ਤਰ੍ਹਾਂ ਦੀ ਸੀਗੀ ਕਿ ਸਾਨੂੰ ਨਾ ਸੇਵਿੰਗਸ ਕਰਨੀਆਂ ਆ ਹੀ ਗਈਆਂ ਉੱਥੇ। ਮੈਂ ਕਹਾਂਗਾ ਕਿ ਉੱਥੇ ਪੈਸਾ ਬਚਾਉਣਾ, ਚਾਹੇ ਉਹ ਆਪਾਂ ਕਹਿੰਦੇ ਸੀ ਕਿ ਸਾਡਾ ਮੰਥਲੀ ਸਾਨੂੰ ਅਲਾਊਂਸ ਮਿਲਦਾ ਸੀਗਾ ਜਿਹੜਾ ਉੱਥੇ ਸੀਗਾ, ਉਹ ਫਿਕਸ ਪੈਸੇ ਮਿਲਦੇ ਸੀਗੇ, ਜਾਂ ਘਰ ਦੇ ਵਿੱਚ ਪਾਕਟ ਮਨੀ ਸੀਗੀ, ਜਾਂ ਫਿਰ ਘਰ ਦੇ ਵਿੱਚ ਫੈਮਿਲੀ, ਸਾਡੀ ਜੁਆਇੰਟ ਫੈਮਿਲੀ ਇੰਨੀ ਵੱਡੀ ਹੁੰਦੀ ਸੀ ਕਿ ਸਭ ਨੂੰ ਪਤਾ ਸੀ ਕਿ ਪੈਸੇ ਲਿਮਿਟਿਡ ਹੈ, ਇਹ ਅਨਲਿਮਿਟਿਡ ਨਹੀਂ ਹੈਗਾ, ਤੇ ਇਹਦੇ ਵਿੱਚ ਜਿਹੜਾ ਹੈਗਾ ਵਾ ਉਹਨੂੰ ਸੇਵ ਕਰਨਾ ਹੈਗਾ ਵਾ। ਸਾਨੂੰ ਆ ਗਿਆ। ਫਾਸਟ ਫੋਰਵਰਡ ਆਪਾਂ ਇਸ ਕੰਟਰੀ ਵਿੱਚ ਮੂਵ ਹੋ ਗਏ, ਚੇਂਜ ਕਰ ਲਿਆ, ਤੇ ਇੱਥੇ ਆ ਕੇ ਸਾਨੂੰ ਥੋੜ੍ਹਾ ਜਿਹਾ ਨਾ ਉਹ ਚੀਜ਼ ਸ਼ਾਇਦ ਮੇਰੀ ਆਪਣੀ ਪਰਸਨਲ ਓਪੀਨੀਅਨ ਹੈ, ਮੈਂ ਨਹੀਂ ਕਹਿੰਦਾ ਕਿ ਸਾਰਿਆਂ ਦਾ ਇੱਦਾਂ ਹੋਏਗਾ, ਕਿ ਆਪਾਂ ਥੋੜ੍ਹਾ ਜਿਹਾ ਮਿਸ ਕਰ ਗਏ ਉਹਦੇ 'ਤੇ। ਇੱਥੇ ਰਿਸੋਰਸਿਸ ਚੰਗੇ ਹੈ ਜੀ, ਇੱਥੇ ਕਮਾਈਆਂ ਚੰਗੀਆਂ ਹੈਗੀਆਂ। ਮੈਂ ਆਪਣਾ ਮਿਹਨਤ ਕੀਤੀ ਹੈ ਤਾਂ ਸਾਡੇ ਲਾਈਫ ਸਟਾਈਲ ਥੋੜ੍ਹਾ ਬੈਟਰ ਹੋ ਗਿਆ ਵੈ। ਤੇ ਆਫ ਕੋਰਸ ਨੋਬਡੀ ਵਾਂਟਸ ਕਿ ਹਾਂਜੀ ਮੇਰੇ ਬੱਚੇ ਕਿਸੇ ਪਾਸੋਂ ਘੱਟ ਰਹਿਣ, ਰਾਈਟ। ਚਾਹੇ ਉਹਨਾਂ ਨੂੰ ਆਈਫੋਨ ਲੈ ਕੇ ਦਈਏ, ਆਈਪੈਡ ਲੈ ਕੇ ਦਈਏ, ਚਾਹੇ ਉਹਨਾਂ ਦਾ ਆਪਣਾ ਜੋ ਵੀ ਖਰਚਾ ਕਰੀਏ। ਉਹ ਇੱਕ ਲਾਈਨ ਖਤਮ ਹੋ ਗਈ ਕਿ ਬੱਚੇ ਨੇ ਕਿੰਨਾ ਖਰਚ ਕਰਨਾ ਵੈ। ਇਸ ਮਹੀਨੇ ਸ਼ਾਇਦ ਬੱਚੇ ਨੇ $100 ਖਰਚ ਕੀਤਾ ਹੋਏਗਾ ਤਾਂ ਅਗਲੇ ਮਹੀਨੇ ਸ਼ਾਇਦ ਉਹਨੇ 300 ਖਰਚ ਕੀਤਾ ਹੋਏਗਾ। ਉਹ ਬੱਚੇ ਨੂੰ ਨਾ ਉਹ ਲਾਈਨ ਨਹੀਂ ਸਮਝ ਆ ਰਹੀ ਕਿ ਮੈਂ ਕਿੱਥੇ ਖਤਮ ਕਰਨਾ ਵੈ, ਕਿੰਨਾ ਰੋਕਣਾ ਹੈਗਾ ਵੈ। ਸੋ ਬੜਾ ਇੱਕ ਜ਼ਰੂਰੀ ਹੈ ਕਿ ਇਹ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਜਿਹੜੀ ਹੈਗੀ ਨਾ, ਉਹ ਖਾਲੀ ਅਸੀਂ ਆਪਸ ਦੀ ਫੈਮਿਲੀ ਦੀ ਗੱਲ ਕਰਦੇ ਹੋ, ਹਸਬੈਂਡ ਵਾਈਫ ਨਹੀਂ ਉਹਦੇ ਵਿੱਚ ਆਉਂਦੇ ਜਾਂ ਪੇਰੈਂਟਸ ਨਹੀਂ ਆਉਂਦੇ, ਉਹ 'ਚ ਬੱਚੇ ਵੀ ਆਉਂਦੇ ਨੇ ਕਿ ਬੱਚਿਆਂ ਨੂੰ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਸਿਖਾਇਆ ਜਾਵੇ ਇਸ ਚੀਜ਼ ਨੂੰ। ਛੋਟੀਆਂ ਛੋਟੀਆਂ ਗੱਲਾਂ ਹੋ ਸਕਦੀਆਂ ਜਿੱਥੋਂ ਅਸੀਂ ਬੱਚਿਆਂ ਵਾਸਤੇ ਸ਼ੁਰੂਆਤ ਕਰ ਸਕਦੇ ਹਾਂ ਫਾਈਨੈਂਸ਼ੀਅਲ ਲਿਟਰੇਸੀ ਲਈ। ਪਹਿਲੀ ਗੱਲ ਜੀ, ਟੇਬਲ ਦੇ ਉੱਤੇ ਗੱਲ ਕਰੋ, ਬੱਚਿਆਂ ਦੇ ਨਾਲ ਗੱਲ ਕਰੋ। ਅ ਲੋਟ ਆਫ ਟਾਈਮ ਸਾਡੇ ਕਲਚਰ ਦੇ ਵਿੱਚ ਇਹ ਹੈ ਕਿ ਇਹ ਪੈਸੇ ਕਮਾਉਣ ਦਾ ਜਾਂ ਖਰਚਣ ਦਾ ਕੰਮ ਹੈ, ਇਹ ਸਾਡਾ ਕੰਮ ਹੈ। ਬੱਚਿਆਂ ਨੂੰ ਸਾਈਡ 'ਤੇ ਰੱਖੋ, ਬੱਚੇ ਆਪਣਾ ਉੱਥੇ ਬਹਿ ਕੇ ਆਪਣਾ ਆਈਪੈਡ ਦੇ ਉੱਤੇ, ਆਈਫੋਨ ਦੇ ਉੱਤੇ ਗੇਮ ਦੇਖਣ, ਅਸੀਂ ਆਪਸ 'ਚ ਗੱਲ ਕਰ ਰਹੇ ਹਾਂ। ਨੋ, ਉਹਨਾਂ ਨੂੰ ਟੇਬਲ 'ਤੇ ਇੱਕ ਇਹ ਡਿਨਰ ਟੇਬਲ ਦੀ ਕਨਵਰਸੇਸ਼ਨ ਹੋਣੀ ਚਾਹੀਦੀ ਹੈ ਕਿ ਹਾਂ ਵੀ ਸਾਡੇ ਘਰ ਦੀ ਕਿੰਨੀ ਮੋਰਟਗੇਜ ਹੈ, ਕਿੰਨਾ ਖਰਚਾ ਹੈਗਾ ਵਾ, ਕਿੱਦਾਂ ਹੋ ਰਿਹਾ ਹੈਗਾ। ਉਹਨਾਂ ਨੂੰ ਆਪਸ 'ਚ ਗੱਲਾਂ ਕਰਾਓ, ਉਹਨਾਂ ਨੂੰ ਸਮਝਾਓ ਕਿੱਦਾਂ ਹੋ ਰਿਹਾ ਵਾ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਾਂ ਜੀ ਬਜਟ ਕੀ ਵਰਡ ਹੁੰਦਾ ਹੈਗਾ ਵਾ। ਬੜਾ ਜ਼ਰੂਰੀ ਹੈ, ਗੱਲਾਂ ਕਰੋ ਉਹਨਾਂ ਦੇ ਨਾਲ। ਉਹਨਾਂ ਨਾਲ ਗੱਲ ਕਰੋ ਕਿ ਉਹਨਾਂ ਦਾ ਫਿਊਚਰ ਕੱਲ੍ਹ ਨੂੰ ਕਿੱਦਾਂ ਹੋਏਗਾ। ਕੱਲ੍ਹ ਨੂੰ ਉਹਨਾਂ ਨੇ ਵੀ ਜਦੋਂ ਅਡਲਟ ਹੋਣਾ ਵੈ, ਆਪਣਾ ਘਰ ਖਰੀਦਣਾ ਵੈ, ਆਪਣਾ ਉਹਨਾਂ ਨੇ ਕਰਨਾ ਵੈ, ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਕਿੱਦਾਂ ਹੋਣਾ ਵੈ। ਉਹਨਾਂ ਨੂੰ ਆਪਣਾ ਇੱਕ ਨੰਬਰ ਸਮਝਾਓ ਕਿ ਹਾਂ ਜੀ ਇੰਨੇ ਪੈਸੇ ਆਏ ਨੇ ਅਤੇ ਇੰਨੇ ਪੈਸੇ ਖਰਚ ਹੋਏ ਨੇ, ਔਰ ਕਿੱਥੇ ਖਰਚ ਕਰਨੇ। ਕੈਟੇਗਰੀ ਖਾਣ ਪੀਣ 'ਤੇ ਖਰਚ ਕਰਨਾ, ਟਰੈਵਲ 'ਤੇ ਖਰਚ ਕਰਨਾ, ਸੇਵਿੰਗਸ ਵੀ ਕਰਨੀਆਂ। ਬੜੀ ਸਿੰਪਲ ਜੀ ਇੱਕ ਐਗਜ਼ਾਮਪਲ ਸਾਰਿਆਂ ਮੈਂ ਸ਼ਾਇਦ ਮੈਂ ਬਹੁਤ ਵਾਰੀ ਰਿਪੀਟ ਕਰ ਚੁੱਕੀ, ਮੇਰੇ ਲਿਸਨਰ ਸ਼ਾਇਦ ਦੁਬਾਰਾ ਵੀ ਸੁਣ ਲੈਂਦੇ ਹੈਗੇ ਨੇ। 18 ਸਾਲ ਦਾ ਬੱਚਾ ਜੀ, ਉਹਨੂੰ ਕੁਝ $100 ਬਚਾਉਣਾ ਵੈ। $100 ਕੀ ਹੈਗਾ ਜੀ, ਟਿਮ ਹੋਟਨ ਦੀ ਡਬਲ ਹੈ, ਬਸ ਨਹੀਂ ਹੋਣੀ ਪੀਣੀ ਜੀ, ਬਸ $100 ਬਚਾਉਣਾ ਹੈ ਆਪਣਾ ਸਾਲ ਦਾ। ਮੈਂ ਤੁਹਾਨੂੰ ਮਹੀਨੇ ਦੀ ਵੀ ਗੱਲ ਨਹੀਂ ਕਰ ਰਿਹਾ ਹੈਗਾ ਜੀ, ਸਾਲ ਦਾ। ਹੁਣ ਸਾਲ ਦਾ ਮਤਲਬ 12 8 96 $8 ਮੈਂ ਮਹੀਨੇ ਦੇ ਬਚਾਉਣ ਦੀ ਗੱਲ ਕਰ ਰਿਹਾ ਜੀ, ਕਿ ਬਹੁਤ ਵੱਡੇ ਨਹੀਂ ਹੈ। ਆਪਣਾ ਤਾਂ ਫੂਡ ਕੋਰਟ ਦਾ ਲੰਚ ਵੀ ਨਹੀਂ ਆਉਂਦਾ ਉਹਨਾਂ ਦਾ। ਸੋ ਮੈਂ ਕਹਾਂਗਾ ਜੀ ਇੱਕ ਫੂਡ ਕੋਰਟ ਦਾ ਲੰਚ ਸਕਿਪ ਕਰ ਦਿਓ, $8 ਬਚਾ ਲਓ। ਬੱਚਿਆਂ ਨੂੰ ਇਹ ਸਿਖਾਉਣਾ ਸ਼ੁਰੂ ਕਰ ਦਿਓ ਕਿ ਤੂੰ ਹਰ ਮਹੀਨੇ $8 ਤੂੰ ਆਪਣੀ ਸੇਵਿੰਗਸ 'ਚ ਪਾਉਣੇ ਨੇ। ਸਾਲ ਦਾ $100 ਬਚਾਉਣਾ ਮੈਂ ਜਦੋਂ ਤੂੰ 18 ਸਾਲ ਦਾ ਬੱਚਾ ਹੋਏਗਾ। 65 ਤੱਕ ਤੇ 47 ਸਾਲ ਹੋ ਗਏ, $4700 ਦਾ ਬਚਣਾ ਹੈ ਤੇਰਾ ਲੱਗਣਾ ਹੈ ਸਿਰਫ, ਰਾਈਟ। 65 ਸਾਲ ਦੇ ਉੱਤੇ $4700 ਹੈਗਾ ਵਾ, ਅੱਜ ਦੀ ਰੇਟ ਦੇ ਵਿੱਚ $35000 ਬਣ ਜਾਂਦਾ ਹੈ ਜੀ। ਸੋਚੋ ਕਿ ਉਹਦਾ ਇਫੈਕਟ ਕਿੰਨਾ। ਮੈਂ ਹਲੇ $100 ਦੀ ਗੱਲ ਕੀਤੀ ਹੈ, ਤੁਸੀਂ 200 ਕਰ ਲਓ, ਉਹਨੂੰ 500 ਕਰ ਲਓ। ਸੋਚੋ ਕਿੰਨੀ ਸੋਹਣੀ ਗਰੋਥ ਹੋ ਗਈ। ਆਪਾਂ ਗਰੋਥ ਦੀ ਗੱਲ ਕੀਤੀ ਨਾ, ਕਿੰਨੀ ਸੋਹਣੀ। ਸਿੰਪਲ ਇੱਕ $100 ਬਚਾਉਣ ਦੇ ਉੱਤੇ। ਸਹੀ। ਸੋ ਇਹ ਥੋੜ੍ਹੀ ਜਿਹੀ ਗੱਲਾਂ ਨਾ ਆਪਣੇ ਬੱਚਿਆਂ ਦੇ ਕੰਨਾਂ 'ਚ ਪਾਓ ਜੀ। ਜ਼ਰੂਰ। On that note, we wrap up today's show. Good information. Thank you so much, Suresh ji. Thank you so much. Thank you for having me, ji. जी।